ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਇੱਕ ਆਪਣਾ ਪਲੇਲਿਸਟ ਦੇ ਵਿੱਚ ਉਹ ਬਣਿਆ ਹੋਇਆ ਫੋਲਡਰ ਇੰਪੋਰਟੈਂਟ ਟੌਪਿਕ। ਠੀਕ ਹੈ, ਇੰਪੋਰਟੈਂਟ ਟੌਪਿਕ ਹੈ। ਜਿਵੇਂ ਆਪਾਂ ਯੂਐਨ ਦਾ ਲੈਕਚਰ ਲਾਇਆ ਸੀ, ਜਾਂ ਇੱਕ ਆਪਾਂ ਦਰਿਆ ਦਾ ਲੈਕਚਰ ਲਾਇਆ ਸੀ, ਕਿਹੜੇ ਕਿਹੜੇ ਦਰਿਆ ਆਪਣੇ ਲੰਘਦੇ ਵਿੱਚ ਦੀ। ਠੀਕ ਹੈ, ਅਤੇ ਜਿਵੇਂ ਮਿਲਖਾ ਸਿੰਘ ਦਾ ਲੈਕਚਰ ਲਾਇਆ ਸੀ, ਇਹ ਸਾਰੇ ਜਿਹੜੇ ਆ ਜਾਂਦੇ ਇਹ ਇੰਪੋਰਟੈਂਟ ਟੌਪਿਕ ਦੇ ਵਿੱਚ ਆ ਜਾਂਦੇ ਆ। ਤਾਂ ਜੇ ਪੁਰਸਕਾਰ ਵੀ ਕੀ ਆ ਭਾਈ, ਇੱਕ ਇੰਪੋਰਟੈਂਟ ਟੌਪਿਕ ਹੈ। ਅਤੇ ਕੱਲ੍ਹ ਨੂੰ ਤੁਹਾਨੂੰ ਇਹਦੇ ਨਾਲ ਇੱਕ ਕੱਲ੍ਹ ਨੂੰ ਇਹਦਾ ਦੂਜਾ ਪਾਰਟ ਮਿਲੂਗਾ ਪੁਰਸਕਾਰ ਦਾ, ਕਿਉਂਕਿ ਇਹ ਅਵਾਰਡ ਥੋੜ੍ਹੇ ਜ਼ਿਆਦਾ ਹੋ ਜਾਂਦੇ ਆ ਇਹ, ਤਾਂ ਕਰਕੇ ਮੈਂ ਦੋ ਪਾਰਟਾਂ ਦੇ ਵਿੱਚ ਡਿਵਾਈਡ ਕੀਤੇ। ਫਿਰ ਇੱਕ ਤਾਂ ਇਹਨਾਂ ਸਿਰ 'ਤੇ ਬੋਝ ਬਹੁਤ ਪੈ ਜਾਂਦਾ। ਠੀਕ ਹੈ ਜੀ, ਦੇਖੋ ਅੱਜ ਤੁਹਾਡੇ ਇੰਗਲਿਸ਼ ਦਾ ਵੀ ਲੈਕਚਰ ਲਾਵਾਂਗੇ। ਸਭ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮੇਰੀ ਰਿਕੁਐਸਟ ਆ ਵੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਠੀਕ ਹੈ, ਵਾਰੀ ਵਾਰੀ ਆਪਾਂ ਨੂੰ ਕਹਿਣ ਦੀ ਲੋੜ ਨਾ ਪਵੇ, ਪਲੀਜ਼ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਜੀ। ਨਹੀਂ ਮੈਨੂੰ ਕਰਾਉਣਾ ਵੀ ਹੁੰਦਾ ਫਿਰ ਡਾਂਗ ਨਾਲ। ਚਲੋ ਕੋਈ ਗੱਲ ਨਹੀਂ, ਆ ਜਾਓ ਜੀ ਲਾਈਏ ਲੈਕਚਰ ਆਪਾਂ। ਫਿਰ ਪੁਰਸਕਾਰ ਦੀ ਗੱਲ ਕਰ ਰਹੇ ਹਾਂ ਬੱਚੋ। ਦੇਖੋ ਜੇ ਨੋਬਲ ਪੁਰਸਕਾਰ ਹੈ, ਨੋਬਲ ਪੁਰਸਕਾਰ ਅਲਫਰੈਡ ਵਨਾਰਡ ਨੋਬਲ ਦੀ ਯਾਦ ਵਿੱਚ ਦਿੱਤਾ ਜਾਂਦਾ। ਦੇਖੋ ਆਹ ਬੰਦੇ ਦੀ ਯਾਦ ਵਿੱਚ ਦਿੱਤਾ ਜਾਂਦਾ ਹੈਗਾ, ਅਲਫਰੈਡ ਵਨਾਰਡ। ਠੀਕ ਹੈ, ਅਲਫਰੈਡ ਦੀ ਯਾਦ ਦੇ ਵਿੱਚ ਕੀ ਦਿੱਤਾ ਜਾਂਦਾ, ਨੋਬਲ ਪ੍ਰਾਈਜ਼ ਦਿੱਤਾ ਜਾਂਦਾ ਭਾਈ। ਇਹ ਸਟਾਕਹੋਮ ਸਵੀਡਨ ਦੇ ਵਿੱਚ 1833 ਦੇ ਵਿੱਚ ਸ਼ੁਰੂ ਕੀਤਾ ਸੀ ਦੇਣ ਦਾ ਕੰਮ ਇਹਨਾਂ ਨੇ। ਠੀਕ ਹੈ, ਪਰ ਜਿਹੜੇ ਭਾਰਤੀ ਜਿਨ੍ਹਾਂ ਨੂੰ ਆਪਾਂ ਨੂੰ ਇਹ ਕਾਹਦੇ 'ਚ ਮਿਲਦੇ ਆ, ਸਾਲ 1901 ਦੇ ਵਿੱਚ ਭੌਤਿਕ ਸ਼ਾਸਤਰ, ਰਸਾਇਣਕ ਵਿਗਿਆਨ, ਸਿਹਤ ਅਤੇ ਸਾਹਿਤ ਅਤੇ ਸ਼ਾਂਤੀ ਨੂੰ ਤਾਂ ਸਾਹਿਤ ਨੂੰ ਤਾਂ ਆਪਾਂ ਕਹਿੰਦੇ ਲਿਟਰੇਚਰ। ਸਿਹਤ ਆ ਜਾਂਦਾ ਹੈਲਥ ਨਾਲ ਸੰਬੰਧਿਤ ਚੀਜ਼ਾਂ, ਵਿਗਿਆਨ ਆ ਜਾਂਦਾ ਸਾਇੰਸ ਨਾਲ ਸੰਬੰਧਿਤ ਚੀਜ਼ਾਂ, ਭੌਤਿਕ ਵੀ ਆ ਜਾਂਦਾ ਉਹ ਜੇ ਆਪਾਂ ਗੱਲ ਨਹੀਂ ਕਰਦੇ ਹੁੰਦੇ ਭੌਤਿਕ ਰਸਾਇਣ ਫਿਜਿਕਸ ਦੇ ਵਿੱਚ ਆ ਜਾਂਦਾ। ਠੀਕ ਹੈ, ਰਸਾਇਣ ਆ ਜਾਂਦਾ ਆਪਣਾ ਉਹਦੇ ਵਿੱਚ ਕੈਮਿਸਟਰੀ ਦੇ ਵਿੱਚ। ਹਾਂ, ਸਾਲ 1901 ਦੇ ਵਿੱਚ ਭੌਤਿਕ ਸ਼ਾਸਤਰ, ਰਸਾਇਣਕ ਵਿਗਿਆਨ, ਸਿਹਤ ਅਤੇ ਸਾਹਿਤ ਅਤੇ ਸ਼ਾਂਤੀ ਨੂੰ ਆਪਾਂ ਕਹਿੰਦੇ ਪੀਸ ਪ੍ਰਾਈਜ਼। 5 ਵਿਸ਼ੇ ਦੇ ਵਿੱਚ ਯੋਗਦਾਨ ਪਾਉਣ ਵਾਲੇ ਨੂੰ ਇਹ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਸੀ। ਪਹਿਲਾਂ ਦੇ 5 ਵਿਸ਼ੇ ਹੁੰਦੇ ਸੀ 1901 ਦੇ ਵਿੱਚ। ਜਦੋਂ ਇਹ ਚੱਲਿਆ ਆਪਰੇਸ਼ਨ ਕੀ ਬਣਨਾ, ਇੱਕ ਤਾਂ ਇਹ ਬਣਨਾ ਗਾ ਜਿਹੜਾ ਨੋਬਲ ਪ੍ਰਾਈਜ਼ ਦਿੱਤਾ ਜਾਂਦਾ ਭਾਈ, ਇਹ ਕਿਹਦੇ ਨਾਂ 'ਤੇ ਦਿੱਤਾ ਜਾਂਦਾ, ਕਿਹਦੀ ਯਾਦ ਵਿੱਚ ਦਿੱਤਾ ਜਾਂਦਾ, ਅਲਫਰੈਡ ਵਨਾਰਡ ਦੀ ਯਾਦ ਦੇ ਵਿੱਚ। ਕਿੱਥੋਂ ਦੀ ਸੰਸਥਾ ਦਿੰਦੀ ਹੈ, ਸਟਾਕਹੋਮ ਸਵੀਡਨ ਦੀ ਸੰਸਥਾ ਦਿੰਦੀ ਹੈ। ਸਭ ਤੋਂ ਪਹਿਲਾਂ ਇਹ ਕਿੰਨੇ ਵਿਸ਼ਿਆਂ 'ਚ ਦਿੱਤਾ ਜਾਂਦਾ, ਸਭ ਤੋਂ ਪਹਿਲਾਂ ਇਹ 5 ਵਿਸ਼ਿਆਂ ਦੇ ਵਿੱਚ ਦਿੱਤਾ ਜਾਂਦਾ ਸੀ। ਠੀਕ ਹੈ ਜੀ, ਜ਼ਿਆਦਾ ਤੋਂ ਜ਼ਿਆਦਾ 3 ਲੋਕਾਂ ਨੂੰ ਇੱਕ ਖੇਤਰ ਦੇ ਵਿੱਚ ਇਹ ਨਾਮ ਦਿੱਤਾ ਜਾ ਸਕਦਾ, ਜ਼ਿਆਦਾ ਤੋਂ ਜ਼ਿਆਦਾ। ਓਕੇ, ਦੇਖੋ ਇਸ ਤੋਂ ਬਾਅਦ ਆ ਗਿਆ ਭੌਤਿਕ ਸ਼ਾਸਤਰ, ਫਿਜਿਕਸ ਦੇ ਵਿੱਚ ਅਤੇ ਕੈਮਿਸਟਰੀ ਦੇ ਵਿੱਚ। ਭੌਤਿਕ ਸ਼ਾਸਤਰ ਅਤੇ ਰਸਾਇਣਕ ਸ਼ਾਸਤਰ ਦੇ ਨੋਬਲ ਪੁਰਸਕਾਰ ਸਵੀਡਨ ਅਕੈਡਮੀ ਆਫ ਸਾਇੰਸ ਦੁਆਰਾ ਦਿੱਤੇ ਜਾਂਦੇ ਹਨ। ਠੀਕ ਹੈ, ਇਹ ਸਵੀਡਨ ਅਕੈਡਮੀ ਆਫ ਸਾਇੰਸ ਦੁਆਰਾ ਦਿੱਤੇ ਜਾਂਦੇ। ਕਿਹੜੇ, ਫਿਜਿਕਸ ਦੇ ਅਤੇ ਕੈਮਿਸਟਰੀ ਦੇ ਵਿੱਚ। ਜੇ ਕਿਸੇ ਨੂੰ ਨੋਬਲ ਪ੍ਰਾਈਜ਼ ਮਿਲਣਾ ਉਹ ਕਿਹੜੀ ਦੇਊਗੀ, ਸਵੀਡਨ ਅਕੈਡਮੀ ਆਫ ਸਾਇੰਸ ਦੇਊਗੀ। ਜੇਕਰ ਕਿਸੇ ਨੂੰ ਅਰਥ ਸ਼ਾਸਤਰ ਦੇ ਵਿੱਚ ਨੋਬਲ ਪ੍ਰਾਈਜ਼ ਦੇਣਾ ਗਾ, ਅਰਥ ਸ਼ਾਸਤਰ ਦੇ ਵਿੱਚ ਨੋਬਲ ਪ੍ਰਾਈਜ਼ ਕਦੋਂ ਸ਼ੁਰੂ ਹੋਏ ਸੀ, 1969 ਦੇ ਵਿੱਚ। 1969 ਦੇ ਵਿੱਚ ਅਰਥ ਸ਼ਾਸਤਰ ਦਾ ਵਿਸ਼ਾ ਸ਼ਾਮਲ ਹੋਣ ਕਾਰਨ ਕੁੱਲ 6 ਵਿਸ਼ੇ ਹੋ ਗਏ ਸੀ। ਪਹਿਲਾਂ 5 ਵਿਸ਼ੇ ਸੀ, 1969 ਦੇ ਵਿੱਚ 6ਵਾਂ ਵਿਸ਼ਾ ਜੋੜਤਾ ਸੀ, ਜਿਹਨੂੰ ਆਪਾਂ ਕਹਿੰਦੇ ਹਾਂ ਅਰਥ ਸ਼ਾਸਤਰ, ਇਕਨੋਮਿਕਸ। ਠੀਕ ਹੈ, ਇਹ ਵਿਸ਼ਾ ਜੋੜਤਾ ਸੀ, ਜਿਹਦੇ ਕਰਕੇ ਇਹਦੇ 6 ਵਿਸ਼ੇ ਹੋ ਗਏ ਸੀ। ਸਿਹਤ ਦੇ ਵਿਸ਼ੇ ਦੇ ਵਿੱਚ, ਸਿਹਤ ਦੇ ਰਿਲੇਟਡ ਕਿਸੇ ਬੰਦੇ ਨੇ ਕੋਈ ਖੋਜ ਕਰੀ ਹੈ, ਕੋਈ ਮਤਲਬ ਉਹਨੇ ਵਧੀਆ ਕੰਮ ਕੀਤਾ, ਲੋਕਾਂ ਦੀ ਜਾਨ ਬਚਾਈ ਹੈ, ਸਿਹਤ ਦੇ ਮਾਮਲੇ ਦੇ ਵਿੱਚ ਇਹ ਪੁਰਸਕਾਰ ਕੌਣ ਦਿੰਦੀ ਹੈ, ਸਟਾਕਹੋਮ ਫੈਕਲਟੀ ਆਫ ਮੈਡੀਸਨ ਦੁਆਰਾ ਇਹ ਸਿਹਤ ਵਿਸ਼ੇ ਦੇ ਵਿੱਚ ਦਿੱਤਾ ਜਾਂਦਾ ਹੈਗਾ। ਇੱਕ ਤਾਂ ਵਿਸ਼ੇ ਯਾਦ ਕਰਨਾ, ਇਹਦੇ ਤੁਹਾਨੂੰ ਦੱਸੂਗਾ ਕੀ ਕੀ ਚੀਜ਼ਾਂ ਯਾਦ ਕਰਨੀਆਂ, ਇੱਕ ਵਾਰ ਤੁਸੀਂ ਸਾਰੇ ਰੀਡ ਕਰਦੇ ਜਾਓ। ਇਸ ਤੋਂ ਬਾਅਦ ਸਾਹਿਤ ਦੇ ਖੇਤਰ ਵਿੱਚ, ਲਿਟਰੇਚਰ ਦੇ ਵਿੱਚ। ਲਿਟਰੇਚਰ ਕੀ ਹੁੰਦਾ, ਸਾਹਿਤ। ਜਿਵੇਂ ਕਿ ਹੁਣ ਮੈਂ ਪੰਜਾਬੀ ਦੀ ਲਿਟਰੇਚਰ ਕੀਤੀ ਹੋਈ ਹੈ। ਠੀਕ ਹੈ, MA ਪੰਜਾਬੀ ਦੀ ਕੀਤੀ, ਉਹ ਪੰਜਾਬੀ ਲਿਟਰੇਚਰ ਨਾਲ ਸੰਬੰਧਿਤ ਹੋ ਜਾਂਦੀ ਹੈ। ਸਾਹਿਤ ਦੇ ਖੇਤਰ ਵਿੱਚ ਇਹ ਪੁਰਸਕਾਰ ਸਵੀਡਿਸ਼ ਅਕੈਡਮੀ ਆਫ ਲਿਟਰੇਚਰ ਦੁਆਰਾ ਦਿੱਤਾ ਜਾਂਦਾ ਹੈ। ਸ਼ਾਂਤੀ ਦੇ ਖੇਤਰ ਵਿੱਚ ਇਹ ਪੁਰਸਕਾਰ ਕਿਹਦੇ ਦੁਆਰਾ ਦਿੱਤਾ ਜਾਂਦਾ ਹੈ, ਜਿਹੜਾ ਸ਼ਾਂਤੀ ਦੇ ਪੀਸ ਆਫ ਨੋਬਲ ਪ੍ਰਾਈਜ਼ ਫੋਰ ਪੀਸ, ਸ਼ਾਂਤੀ ਵਾਸਤੇ ਜਿਹੜਾ ਇਹ ਦਿੱਤਾ ਜਾਂਦਾ ਹੈਗਾ ਨੋਬਲ ਪ੍ਰਾਈਜ਼। ਇਹ ਕੌਣ ਦਿੰਦਾ, ਇਹ ਦਿੰਦਾ ਨਾਰਵੇ। ਪ੍ਰਸ਼ਨ ਆਇਆ ਹੋਇਆ ਪੇਪਰ ਕਿ ਸ਼ਾਂਤੀ ਦੇ ਵਿੱਚ ਪੁਰਸਕਾਰ ਕੌਣ ਲਾਗੂ ਕਰਦਾ ਜਾਂ ਕੌਣ ਦਿੰਦਾ, ਇਹ ਦਿੰਦਾ ਭਾਈ ਨਾਰਵੇ। ਇਸ ਤੋਂ ਬਾਅਦ ਥੱਲੇ ਨੋਟ,
ਜਿਹੜੇ ਮਹਾਤਮਾ ਗਾਂਧੀ ਨੂੰ ਇਹ ਨੋਬਲ ਪ੍ਰਾਈਜ਼ ਪਾਉਣ ਦੇ ਲਈ 1937 ਦੇ ਵਿੱਚ, 1938 ਦੇ ਵਿੱਚ, 1939, 1947, 1948 ਵਿੱਚ ਨੋਮੀਨੇਟ ਕੀਤਾ ਗਿਆ ਸੀ, ਪਰ ਕਿਸੇ ਕਾਰਨ ਇਹ ਪੁਰਸਕਾਰ ਲੈਣ ਦੇ ਵਿੱਚ ਅਸਫਲ ਰਹੇ ਤਾਂ ਇਹਨਾਂ ਨੂੰ ਇਹ ਪੁਰਸਕਾਰ ਨਹੀਂ ਮਿਲਿਆ ਜੀ। ਜਿਨ੍ਹਾਂ ਮਹਾਨ ਸ਼ਖਸੀਅਤਾਂ ਨੂੰ ਇਹ ਅਵਾਰਡ ਮਿਲੇ ਆ ਉਹਨਾਂ ਦੇ ਆਪਾਂ ਨਾਮ ਦੀ ਚਰਚਾ ਕਰਦੇ ਹਾਂ। ਥੱਲੇ ਜਾ ਕੇ ਥੱਲੇ ਨਾਮ ਲਿਖੇ ਹੋਏ ਉਹਨਾਂ ਦੇ ਦੇਖੋ ਜੀ। ਸਭ ਤੋਂ ਪਹਿਲਾਂ ਜਿਹੜਾ ਨਾਮ ਮਿਲਿਆ ਸੀ ਨੋਬਲ ਪ੍ਰਾਈਜ਼, ਵੀ ਕਈ ਵਾਰ ਪ੍ਰੀਸ਼ਨ ਦਾ ਡਾਇਰੈਕਟਰ ਜੇ ਤੁਹਾਨੂੰ ਸੌਖਾ ਪੇਪਰ ਪਾਉਣਾ ਹੋਵੇ, ਉਹ ਇਹਨਾਂ ਦੇ ਚਾਰ ਜਿਹਨਾਂ ਨੂੰ ਇਹ ਅਵਾਰਡ ਮਿਲੇ ਉਹਨਾਂ ਚਾਰਾਂ ਦੇ ਨਾਂ ਦੇ ਦੇਣਗੇ, ਲਿਖ ਦੇਣਗੇ ਕਿ ਭਾਈ ਇਹਨਾਂ ਦੇ ਵਿੱਚੋਂ ਦੱਸੋ ਕਿਹਨੂੰ ਨੋਬਲ ਪ੍ਰਾਈਜ਼ ਮਿਲਿਆ। ਉਹਨਾਂ ਦੇ ਵਿੱਚ ਇੱਕ ਨਾਮ ਉਹ ਦੇ ਦੇਣਗੇ ਜਿਹਨੂੰ ਨੋਬਲ ਪ੍ਰਾਈਜ਼ ਨਹੀਂ ਮਿਲਿਆ ਹੋਣਾ, ਤਾਂ ਉਹ ਆਪਾਂ ਐਲੀਮੀਨੇਟ ਕਰ ਦੇਣਾ। ਸਭ ਤੋਂ ਪਹਿਲਾਂ ਰਵਿੰਦਰਨਾਥ ਟੈਗੋਰ, ਇਹਨਾਂ ਨੂੰ ਕਦੋਂ ਮਿਲਿਆ ਨੋਬਲ ਪ੍ਰਾਈਜ਼? 1913 ਵੀ ਯਾਦ ਕਰਨ ਦੀ ਲੋੜ ਹੈ, ਅਤੇ ਰਵਿੰਦਰਨਾਥ ਟੈਗੋਰ ਵੀ। ਠੀਕ ਹੈ, ਰਵਿੰਦਰਨਾਥ ਟੈਗੋਰ ਨੇ ਕੀ ਗਾਇਆ ਸੀ? ਗੀਤ ਗਾਇਆ ਸੀ ਰਵਿੰਦਰਨਾਥ ਟੈਗੋਰ ਨੇ। ਕਿਹੜਾ ਗੀਤ ਗਾਇਆ ਸੀ? ਜ਼ਿਆਦਾ ਤੁਹਾਡੇ ਕਿਸੇ ਦੇ? ਇਹਨਾਂ ਨੇ ਗਾਇਆ ਸੀ 1911 ਦੇ ਵਿੱਚ, ਕਲਕੱਤਾ ਅਧਿਵੇਸ਼ਨ ਦੇ ਵਿੱਚ ਗਾਇਆ ਸੀ ਇਹਨਾਂ ਨੇ ਗੀਤ। ਕਿਹੜਾ ਗਾਇਆ ਸੀ? ਬੰਦੇ ਮਾਤਰਮ ਦਾ ਗਾਇਆ ਸੀ ਚੈਟਰਜੀ ਨੇ। ਠੀਕ ਹੈ, ਉਹਨਾਂ ਦਾ ਗਾਇਆ ਸੀ 1985 ਦੇ ਵਿੱਚ ਤਾਂ ਬਣੀ ਸੀ INC, 1986 ਵਗੈਰਾ 'ਚ ਗਾਇਆ ਸੀ ਉਹਨਾਂ ਨੇ ਗੀਤ, ਅਤੇ 1911 ਦੇ ਵਿੱਚ ਗਾਇਆ ਸੀ ਭਾਈ ਬੰਦੇ ਮਾਤਰਮ ਗੀਤ। ਕਿਹਨੇ ਗਾਇਆ ਸੀ? ਰਵਿੰਦਰਨਾਥ ਟੈਗੋਰ ਨੇ। ਪਰ ਜਿਹੜੇ ਅਵਾਰਡ ਇਹਨਾਂ ਨੂੰ ਇਹਦੇ ਕਰਕੇ ਨਹੀਂ ਮਿਲਿਆ ਸੀ, ਤੁਹਾਨੂੰ ਵੈਸੇ ਯਾਦ ਕਰਾਉਣਾ। ਰਵਿੰਦਰਨਾਥ ਟੈਗੋਰ ਨੂੰ 1913 ਦੇ ਵਿੱਚ ਸਾਹਿਤ ਪੁਰਸਕਾਰ ਮਿਲਿਆ ਸੀ। ਠੀਕ ਹੈ, ਸਾਹਿਤ ਦੇ ਖੇਤਰ ਵਿੱਚ, ਲਿਟਰੇਚਰ ਦੇ ਖੇਤਰ ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ ਸੀ ਰਵਿੰਦਰਨਾਥ ਟੈਗੋਰ ਨੂੰ। ਇਹ ਪਹਿਲੇ ਭਾਰਤੀ ਸਨ ਜਿਨ੍ਹਾਂ ਨੂੰ ਇਹ ਨੋਬਲ ਪ੍ਰਾਈਜ਼ ਮਿਲਿਆ ਸੀ। ਇਹਨਾਂ ਨੂੰ ਇਹ ਪੁਰਸਕਾਰ ਗੀਤਾਂਜਲੀ ਪੁਸਤਕ ਲਈ ਮਿਲਿਆ ਸੀ। ਪ੍ਰਸ਼ਨ ਇੱਥੋਂ ਕੀ ਬਣਨਗੇ? ਰਵਿੰਦਰਨਾਥ ਟੈਗੋਰ ਦੇ ਪ੍ਰਸ਼ਨ ਜ਼ਿਆਦਾ ਤੁਹਾਨੂੰ ਕੀ ਕੁਛ ਬਣਨਗੇ। ਇੱਕ ਤਾਂ ਸਭ ਤੋਂ ਪਹਿਲਾਂ ਭਾਰਤੀ ਜਿਸ ਨੂੰ ਨੋਬਲ ਪ੍ਰਾਈਜ਼ ਮਿਲਿਆ, ਇੱਕ ਪ੍ਰਸ਼ਨ ਤਾਂ ਇਹ ਬਣੂਗਾ। ਦੂਸਰਾ, ਰਵਿੰਦਰਨਾਥ ਜੀ ਨੂੰ ਕਿਹੜੇ ਖੇਤਰ ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ? ਲਿਟਰੇਚਰ ਦੇ ਵਿੱਚ। ਰਵਿੰਦਰਨਾਥ ਟੈਗੋਰ ਜੀ ਨੂੰ ਕਦੋਂ ਮਿਲਿਆ? 1913 ਦੇ ਵਿੱਚ। ਕਿਹੜੀ ਪੁਸਤਕ ਕਰਕੇ ਮਿਲਿਆ ਸੀ ਉਹਨਾਂ ਨੂੰ? ਗੀਤਾਂਜਲੀ ਕਰਕੇ। ਦੇਖੋ ਆਹ ਪ੍ਰਸ਼ਨ ਬਣਦੇ ਹੁੰਦਾ ਪੁੱਤਰ ਪੇਪਰ ਦੇ ਵਿੱਚ। ਇਸ ਤੋਂ ਬਾਅਦ ਚੰਦਰ ਸ਼ੇਖਰ ਵੈਂਕਟਰਮਨ, ਜਿਹਨੂੰ ਆਪਾਂ CV ਰਮਨ ਵੀ ਕਹਿ ਦਿੰਦੇ ਹਾਂ। CV ਰਮਨ ਦਾ ਨਾਮ ਸੁਣਿਆ ਹੋਊਗਾ ਤੁਸੀਂ, ਰਮਨ ਇਫੈਕਟ ਵੀ ਬਣਾਇਆ ਸੀ ਇਹਨਾਂ ਨੇ। ਇਹਨਾਂ ਨੂੰ ਮਿਲਿਆ ਸੀ ਭੌਤਿਕ ਦੇ ਖੇਤਰ ਦੇ ਵਿੱਚ। ਭੌਤਿਕ ਦਾ ਖੇਤਰ ਹੁੰਦਾ ਹੈਗਾ ਫਿਜ਼ਿਕਸ ਦੇ ਖੇਤਰ ਦੇ ਵਿੱਚ। ਕਿਹਨੂੰ ਮਿਲਿਆ ਸੀ? ਫਿਜ਼ਿਕਸ ਦੇ ਵਿਸ਼ੇ ਦੇ ਵਿੱਚ ਕਿਹਨੂੰ ਮਿਲਿਆ ਸੀ? ਇਹ ਮਿਲਿਆ ਸੀ CV ਰਮਨ ਨੂੰ। ਇਹਨਾਂ ਨੇ ਕੀ ਬਣਾਇਆ ਸੀ? ਰਮਨ ਇਫੈਕਟ ਬਣਾਇਆ ਸੀ, ਕਰਕੇ ਇਹਨੂੰ ਪੁਰਸਕਾਰ ਮਿਲਿਆ। ਇਹਦੇ ਵਿੱਚ ਤੁਹਾਨੂੰ ਜ਼ਿਆਦਾ ਕਰਨ ਦੀ ਲੋੜ ਨਹੀਂ, ਪਰ ਸਿਰਫ ਇੰਨਾ ਯਾਦ ਕਰ ਲਓ ਕਿ ਇਹਨਾਂ ਨੂੰ ਵੀ CV ਰਮਨ ਨੂੰ ਵੀ 1930 ਦੇ ਵਿੱਚ ਆਹ ਖੇਤਰ ਦੇ ਵਿੱਚ ਅਵਾਰਡ ਮਿਲਿਆ ਸੀ। ਹੋਰ ਥੱਲੇ ਕੁਛ ਵੀ ਯਾਦ ਕਰਨ ਦੀ ਲੋੜ ਨਹੀਂ, ਰਮਨ ਇਫੈਕਟ। ਇਸ ਤੋਂ ਬਾਅਦ ਆਹ ਪ੍ਰਸ਼ਨ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਸਿਹਤ ਦੇ ਵਿੱਚ, ਹੈਲਥ ਦੇ ਵਿੱਚ ਜਿਹੜਾ ਨੋਬਲ ਪ੍ਰਾਈਜ਼ ਮਿਲਿਆ ਸੀ ਸਭ ਤੋਂ ਪਹਿਲਾਂ ਕਿਹੜੇ ਭਾਰਤੀ ਨੂੰ ਮਿਲਿਆ ਸੀ? ਇਹ ਮਿਲਿਆ ਸੀ ਡਾਕਟਰ ਹਰਗੋਬਿੰਦ ਖਰਾਣਾ ਨੂੰ ਮਿਲਿਆ ਸੀ। ਇਹਨਾਂ ਨੇ ਕੀ ਕੀਤਾ ਸੀ? ਅਨੁਵੰਸ਼ਕ ਕੋਡ DNA ਕਹਿੰਦੇ ਨੇ ਜਿਹਨੂੰ ਆਪਾਂ, ਅਤੇ ਪ੍ਰੋਟੀਨ ਸੰਸ਼ਲੇਸ਼ਣ ਦੀ ਭੂਮਿਕਾ ਨਿਭਾਉਣ ਲਈ ਇਹ ਨਾਮ ਦਿੱਤਾ ਸੀ ਇਹਨਾਂ ਨੂੰ। 1968 ਦੇ ਵਿੱਚ ਦਿੱਤਾ ਗਿਆ ਸੀ ਨੋਬਲ ਪ੍ਰਾਈਜ਼ ਇਹਨਾਂ ਨੂੰ। ਇਸ ਤੋਂ ਬਾਅਦ ਮਦਰ ਟਰੇਸਾ, ਇਹਦਾ ਪ੍ਰਸ਼ਨ ਸਭ ਤੋਂ ਜ਼ਿਆਦਾ ਮਹੱਤਵਪੂਰਨ। ਮਦਰ ਟਰੇਸਾ ਨੂੰ ਸ਼ਾਂਤੀ ਦੇ ਖੇਤਰ ਵਿੱਚ ਮਿਲਿਆ ਸੀ ਪੀਸ ਨੋਬਲ ਪ੍ਰਾਈਜ਼ ਮਿਲਿਆ ਸੀ। ਇਹ ਪੁਰਸਕਾਰ 1979 ਦੇ ਵਿੱਚ ਮਿਲਿਆ ਸੀ। ਓਕੇ ਜੀ, ਕਦੋਂ ਮਿਲਿਆ ਸੀ ਇਹ ਪੁਰਸਕਾਰ? ਇਹ ਮਿਲਿਆ ਸੀ 1979 ਦੇ ਵਿੱਚ। ਇਹ ਯੂਗੋਸਲਾਵੀਆ ਦੀ ਰਹਿਣ ਵਾਲੀ ਸੀ ਅਤੇ 1929 ਦੇ ਵਿੱਚ ਇਹ ਭਾਰਤ ਆਈ ਸੀ। ਓਕੇ ਜੀ, ਬਸ ਫਿਰ ਇੱਥੋਂ ਇਹਦਾ ਕੀ ਪ੍ਰਸ਼ਨ ਬਣੂਗਾ? 1979 ਯਾਦ ਕਰ ਲਿਓ। ਇਹ ਕਿਹਨੂੰ ਮਿਲਿਆ ਸੀ? ਮਦਰ ਟਰੇਸਾ ਦਾ ਸਭ ਤੋਂ ਪਹਿਲਾਂ ਨੋਬਲ ਪ੍ਰਾਈਜ਼ ਸ਼ਾਂਤੀ ਵਾਸਤੇ ਮਦਰ ਟਰੇਸਾ ਜੀ ਨੂੰ। ਇਸ ਤੋਂ ਬਾਅਦ ਐਂਡ 'ਤੇ ਆ ਗਿਆ ਆਪਣੇ ਕੋਲੇ ਸੁਬਰਮਨੀਅਮ ਚੰਦਰ ਸ਼ੇਖਰ। ਇਹਨਾਂ ਨੂੰ ਵੀ ਭੌਤਿਕ ਦੇ ਖੇਤਰ ਵਿੱਚ ਹੀ ਮਿਲਿਆ ਸੀ, ਪਰ ਇਹਨਾਂ ਨੇ ਗ੍ਰਹਿਾਂ ਦੇ ਅਧਿਐਨ ਦੁਆਰਾ ਮਿਲਿਆ ਗਿਆ ਸੀ 1963 ਦੇ ਵਿੱਚ। ਇਹ ਯਾਦ ਕਰਨਾ ਕਰ ਲਓ, ਨਹੀਂ ਕਰਨਾ ਕੋਈ ਚੱਕਰ ਵਾਲੀ ਗੱਲ ਵੀ ਹੈ ਨਹੀਂ। ਆਹ ਯਾਦ ਕਰਨ ਦੀ ਲੋੜ ਪਊਗੀ ਭਾਈ। ਅਮਰਤਿਆ ਸੇਨ ਨੂੰ ਲੰਡਨ ਸਕੂਲ ਆਫ ਇਕਨੋਮਿਕਸ ਦੁਆਰਾ ਇਹਨਾਂ ਨੂੰ ਦਿੱਤਾ ਗਿਆ ਸੀ ਨੋਬਲ ਪ੍ਰਾਈਜ਼ 1998 ਦੇ ਵਿੱਚ। ਕਾਹਦੇ ਵਿੱਚ? ਇਕਨੋਮਿਕਸ ਦੇ ਵਿੱਚ। ਠੀਕ ਹੈ, ਯਾਦ ਰੱਖਣਾ। ਅਮਰਤਿਆ ਸੇਨ ਨੂੰ ਕਿਹੜੀ ਟ੍ਰੇਡ ਦੇ ਵਿੱਚ ਮਿਲਿਆ ਸੀ? ਇਕਨੋਮਿਕਸ ਦੇ ਵਿੱਚ। ਪ੍ਰਸ਼ਨ ਇੱਥੋਂ ਹੀ ਬਣੂਗਾ ਇਹਦੇ ਵਿੱਚ। ਇਸ ਤੋਂ ਬਾਅਦ ਅਗਲਾ ਆ ਗਿਆ ਜੀ ਆਪਣੇ ਕੋਲੇ ਵੈਂਕਟ ਰਮਨ ਰਾਮਕ੍ਰਿਸ਼ਨ। ਪਹਿਲਾਂ ਵਾਲਾ ਨਹੀਂ ਹੈਗਾ, ਠੀਕ ਹੈ। ਇਹ ਹੈਗਾ 2009 ਦੇ ਵਿੱਚ ਰਸਾਇਣਕ ਦੇ ਵਿੱਚ ਇਹਨਾਂ ਨੂੰ ਅਵਾਰਡ ਮਿਲਿਆ ਸੀ ਰਾਈਬੋਸੋਮ ਦੇ ਲਈ। ਪ੍ਰਸ਼ਨ ਆ ਸਕਦਾ ਕਿ ਰਾਈਬੋਸੋਮ ਦੇ ਲਈ ਕਿਹੜਾ ਪਹਿਲਾ ਭਾਰਤੀ ਜਿਹਨੂੰ ਨੋਬਲ ਪ੍ਰਾਈਜ਼ ਮਿਲਿਆ ਸੀ? ਕੈਮਿਸਟਰੀ ਦੇ ਵਿੱਚ ਮਿਲਿਆ ਸੀ ਭਾਈ ਵੈਂਕਟ ਰਾਮਕ੍ਰਿਸ਼ਨ ਜੀ ਨੂੰ ਮਿਲਿਆ ਸੀ। ਇਹ ਗੱਲ ਯਾਦ ਰੱਖਣੀ। ਰਾਈਬੋਸੋਮ ਦੀ ਖੋਜ ਕਰੀ ਸੀ ਇਹਨਾਂ ਨੇ, ਉੱਤੇ ਚਰਚਾ ਕਰੀ ਸੀ, ਖੋਜ ਨਹੀਂ ਕਰੀ ਸੀ, ਚਰਚਾ ਕਰੀ ਸੀ ਉੱਤੇ। ਇਸ ਤੋਂ ਬਾਅਦ ਸ਼ਾਂਤੀ ਦੇ ਖੇਤਰ ਵਿੱਚ 2009 ਦੇ ਵਿੱਚ ਕਿਹਨੂੰ ਮਿਲਿਆ ਸੀ? ਜਾਂ ਪ੍ਰਸ਼ਨ ਇਹ ਆ ਸਕਦਾ ਕਲਾਸ ਵਿਦਿਆਰਥੀ ਨੂੰ ਕਿਹੜੇ ਖੇਤਰ ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ ਸੀ? ਤਾਂ ਪੀਸ ਦੇ ਵਿੱਚ ਮਿਲਿਆ ਸੀ, ਸ਼ਾਂਤੀ ਦੇ ਵਿੱਚ ਪੀਸ ਪ੍ਰਾਈਜ਼ ਮਿਲਿਆ ਸੀ ਇਹਨਾਂ ਨੂੰ। ਠੀਕ ਹੈ, ਅਤੇ ਇੱਥੇ ਉਲਝ ਨਾ ਜਾਇਓ। ਅਤੇ ਜੇ ਕਲਾਸ ਵਿਦਿਆਰਥੀ ਦਾ ਨਾਮ ਦੇਣਗੇ ਬਕਾਇਦਾ, ਨਹੀਂ ਤਾਂ ਮਦਰ ਟਰੇਸਾ ਹੀ ਪਹਿਲੀ ਜਿਹੜੀ ਆਪਣੀ ਮਿਲਿਆ ਹੈਗਾ ਜਿਹਨੂੰ,
ਤੇ ਜੇ ਕਲਾਸ ਵਿਦਿਆਰਥੀ ਆ ਕੇ ਇਹ ਵੀ ਭੁੱਲਣਾ ਨਹੀਂ, ਇਹ ਪਹਿਲਾਂ ਭਾਰਤੀ ਹੈ, ਉਹ ਔਰਤ ਸੀ ਆਪਣੀ। ਠੀਕ ਹੈ, ਦੇਖੋ ਇਹਦਾ ਤੁਸੀਂ ਐਂਡਰਸ ਨੂੰ ਦੱਸਦਾ ਕੀ ਇਹਦਾ। ਇਸ ਤੋਂ ਬਾਅਦ ਆ ਗਿਆ ਪੁਲਿਤਜ਼ਰ ਪ੍ਰਾਈਜ਼। ਠੀਕ ਹੈ, ਇਹ ਪੁਰਸਕਾਰ ਆ ਭਾਈ ਜਿਹੜਾ ਪੁਲਿਤਜ਼ਰ, ਇਹ ਪੁਰਸਕਾਰ ਨਿਊਯਾਰਕ ਵਾਰ ਦੇ ਪ੍ਰਕਾਸ਼ਿਤ ਜੋਸਫ ਪੁਟੀਜ਼ਰ ਦੀ ਕਮੇਟੀ ਦੁਆਰਾ ਇਹ 1917 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰਸ਼ਨ ਆ ਸਕਦਾ ਕਿ ਜਿਹੜਾ ਇਹ ਪੁਟੀਜ਼ਰ ਅਵਾਰਡ ਹੈ ਇਹ ਕਦੋਂ ਸ਼ੁਰੂ ਕੀਤਾ ਗਿਆ ਸੀ? ਇਹ 1917 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਵੀ ਸਾਹਿਤ ਦੇ ਖੇਤਰ ਵਿੱਚ ਦਿੱਤਾ ਜਾਂਦਾ ਹੈ। ਸਾਹਿਤ ਦਾ ਖੇਤਰ ਕਿਹੜਾ ਹੁੰਦਾ ਹੈਗਾ? ਲਿਟਰੇਚਰ ਦੇ ਵਿੱਚ ਇਹ ਵੀ ਦਿੱਤਾ ਜਾਂਦਾ, ਲਿਟਰੇਚਰ ਦੇ ਵਿੱਚ। ਇਹ ਪੁਰਸਕਾਰ ਰਿਪੋਰਟਿੰਗ, ਆਤਮ ਕਥਾ, ਕਵਿਤਾ, ਫੀਚਰ ਲੇਖ, ਨਾਟਕ ਆਦਿ ਦੇ ਵਿੱਚ ਦਿੱਤਾ ਜਾਂਦਾ। ਪਰ ਸਭ ਤੋਂ ਜ਼ਿਆਦਾ ਜਿਹੜਾ ਮਹੱਤਵਪੂਰਨ ਰੋਲ ਅਦਾ ਕਰਦਾ ਇਹ ਪੱਤਰਕਾਰੀ ਦੇ ਵਿੱਚ ਕਰਦਾ। ਜ਼ਿਆਦਾਤਰ ਇਹ ਪੱਤਰਕਾਰਾਂ ਨੂੰ ਦਿੱਤਾ ਜਾਂਦਾ ਇਹ ਅਵਾਰਡ। ਠੀਕ ਹੈ, ਵੈਸੇ ਤੁਸੀਂ ਯਾਦ ਰੱਖਣਾ ਜੇ ਪੁੱਛਿਆ ਗਿਆ ਕਿ ਪੁਤੀਜ਼ਰ ਕਿਹਦੇ 'ਚ ਦਿੱਤਾ ਜਾਂਦਾ ਹੈ, ਤੁਸੀਂ ਪਹਿਲੇ ਨੰਬਰ 'ਤੇ ਪੱਤਰਕਾਰੀ ਕਹਿਣੀ ਹੈ, ਦੂਸਰੀਆਂ ਗੱਲਾਂ ਨਹੀਂ ਕਹਿਣੀਆਂ। ਠੀਕ ਹੈ, ਇਹ ਮਿਲਿਆ ਸੀ 1917 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਸ਼ੁਰੂ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਇਹ ਪੁਰਸਕਾਰ 1937 ਦੇ ਵਿੱਚ ਗੋਬਿੰਦ ਬਿਹਾਰੀ ਲਾਲ ਨੂੰ ਮਿਲਿਆ ਸੀ। ਠੀਕ ਹੈ, ਯਾਦ ਰੱਖਣਾ ਸਭ ਤੋਂ ਪਹਿਲਾਂ ਪੁਤੀਜ਼ਰ ਪੁਰਸਕਾਰ ਕਿਹਨੂੰ ਮਿਲਿਆ ਸੀ? 1937 ਦੇ ਵਿੱਚ ਗੋਬਿੰਦ ਬਿਹਾਰੀ ਨੂੰ ਮਿਲਿਆ ਸੀ, ਜਿਹੜਾ ਆਪਣਾ ਪਹਿਲਾ ਭਾਰਤੀ ਸੀ। ਅਤੇ 2000 ਦੇ ਵਿੱਚ ਇਹ ਪੁਰਸਕਾਰ ਕਿਹਨੂੰ ਮਿਲਿਆ ਸੀ? ਝੁੰਪਾ ਲਹਿਰੀ ਨੂੰ। ਜ਼ਿਆਦਾਤਰ ਇਹ ਪੱਤਰਕਾਰੀ ਦੇ ਵਿੱਚ ਹੀ ਮਿਲਦਾ ਹੈ। ਇਹ 21 ਕੈਟਾਗਰੀਆਂ ਦੇ ਵਿੱਚ ਦਿੱਤਾ ਜਾਂਦਾ ਹੈ। ਅੱਜ ਆਪਾਂ ਸਿਰਫ 2 ਕੈਟਾਗਰੀਆਂ ਦੀ ਗੱਲ ਕਰਾਂਗੇ। ਉਹ 2 ਕੈਟਾਗਰੀਆਂ ਕਿਹੜੀਆਂ? ਫੀਚਰ ਕੈਟਾਗਰੀ ਅਤੇ ਬ੍ਰੇਕਿੰਗ ਨਿਊਜ਼ ਫੋਟੋਗ੍ਰਾਫੀ। ਫੀਚਰ ਅਤੇ ਫੋਟੋਗ੍ਰਾਫੀ ਪਹਿਲਾਂ ਇੱਕ ਗੱਲ ਸਮਝ ਲਈਏ ਆਪਾਂ। ਜਿਵੇਂ ਬ੍ਰੇਕਿੰਗ ਨਿਊਜ਼ ਹੈ, ਪਹਿਲਾਂ ਇਹ ਜ਼ਿਆਦਾਤਰ ਇਹ ਪੱਤਰਕਾਰੀ 'ਚ ਦਿੱਤਾ ਜਾਂਦਾ ਪੁਤੀਜ਼ਰ ਪੁਰਸਕਾਰ। ਇਹ ਮਤਲਬ ਜਿਹੜਾ ਪੁਰਸਕਾਰ ਦਿੱਤਾ ਜਾਂਦਾ ਇਹ ਜਿਹੜਾ ਕਿਸੇ ਬੰਦੇ ਨੇ ਪੱਤਰਕਾਰ ਦੇ ਵਿੱਚ ਬਹੁਤ ਹੀ ਅਹਿਮ ਰੋਲ ਆਪਣਾ ਅਦਾ ਕੀਤਾ ਹੋਵੇ। ਠੀਕ ਹੈ, ਬਹੁਤ ਹੀ ਅਹਿਮ ਰੋਲ ਅਦਾ ਕੀਤਾ ਹੋਵੇ। ਕਹਿਣ ਦਾ ਮਤਲਬ ਕਿ ਉਹ ਬੰਦੇ ਨੇ ਇੱਕ ਬਹੁਤ ਹੀ ਸੱਚਾਈ ਵਾਲੀ ਗੱਲ ਸਾਹਮਣੇ ਲਿਆਂਦੀ ਹੋਵੇ ਦੁਨੀਆ ਦੇ, ਬਿਨਾਂ ਕਿਸੇ ਲਾਲਚ ਤੋਂ। ਠੀਕ ਹੈ, ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਵਧਾਈ ਹੋਵੇ ਪੱਤਰਕਾਰਤਾ ਦੇ ਵਿੱਚ, ਤਾਂ ਉਹ ਬੰਦਿਆਂ ਨੂੰ ਇਹ ਅਵਾਰਡ ਦਿੱਤਾ ਜਾਂਦਾ ਗਾ। ਇਹ ਨਹੀਂ ਹੈਗਾ ਕਿ ਜਿਵੇਂ ਆਪਣੇ ਨਿਊਜ਼ ਚੈਨਲ ਚੱਲੀ ਜਾਂਦੇ, ਆਜ ਤੱਕ ਹੋ ਗਿਆ, ਹੋਰ ਵੀ ਬਹੁਤ ਨਿਊਜ਼ ਆ, ਮੋਦੀ ਜੀ ਮੋਦੀ ਜੀ ਮੋਦੀ ਜੀ, ਹੈ ਨਾ, ਅਤੇ ਰਾਮਦੇਵ ਦੀਆਂ ਮਸ਼ਹੂਰੀਆਂ ਕਰੀ ਜਾਂਦੇ ਆ ਉਹਦੀਆਂ ਗਾਣੇ ਦੀਆਂ। ਠੀਕ ਹੈ, ਅਤੇ ਇਹ ਚੀਜ਼ਾਂ ਜਿਹੜੀਆਂ ਪੁੱਤਰੋ ਇਹ ਦਿਨੋਂ ਦਿਨ ਇਹ ਜਰਨਲਿਜ਼ਮ ਦਾ ਪੱਤਰਕਾਰੀ ਨੂੰ ਖ਼ਤਮ ਕਰ ਰਹੀਆਂ ਨੇ ਇੱਕ ਤਰ੍ਹਾਂ ਨਾਲ। ਜਿਹੜਾ ਬੰਦਾ ਆਪਣੀ ਡਿਊਟੀ ਪੂਰੀ ਸਹੀ ਢੰਗ ਨਾਲ ਨਿਭਾਉਂਦਾ ਗਾ ਉਹਨੂੰ ਪੱਤਰਕਾਰੀ ਦੇ ਖੇਤਰ ਦੇ ਵਿੱਚ ਇਹ ਪੁਤੀਜ਼ਰ ਅਵਾਰਡ ਦਿੱਤਾ ਜਾਂਦਾ। ਪਰ ਅੱਜ ਦੇ ਟਾਈਮ ਦੇ ਵਿੱਚ ਸਿਰਫ ਸਿਫਾਰਸ਼ਾਂ ਨੇ ਮਿਲ ਰਿਹਾ ਹੈਗਾ। ਠੀਕ ਹੈ, ਦੇਖੋ ਇਹਦੇ ਬਾਰੇ ਗੱਲ ਕਰਦੇ ਆਪਾਂ। ਨਿਊਜ਼ ਏਜੰਸੀ ਐਸੋਸੀਏਟਡ ਪ੍ਰੈਸ ਫੋਟੋਗ੍ਰਾਫਰ ਡਾਕਟਰ ਯਾਸੀਨ ਮੁਖਤਿਆਰ ਖਾਨ ਚੰਨੀ ਆਨੰਦ ਵੌਨ ਦਾ 2020 ਪੁਤੀਜ਼ਰ ਪ੍ਰਾਈਜ਼ ਆਫ ਫੀਚਰ ਫੋਟੋਗ੍ਰਾਫੀ। ਕਹਿੰਦੇ 2020 ਦੇ ਵਿੱਚ ਜਿਹੜਾ ਅਵਾਰਡ ਮਿਲਿਆ ਸੀ ਪੁਤੀਜ਼ਰ ਅਵਾਰਡ, ਇਹ 3 ਜਣਿਆਂ ਨੂੰ ਮਿਲਿਆ ਸੀ। ਇਹ 3 ਦੇ ਨਾਂ ਯਾਦ ਰੱਖਣੇ ਆ, ਡਾਕਟਰ ਯਾਸੀਨ ਮੁਖਤਿਆਰ ਖਾਨ, ਚੰਨੀ ਆਨੰਦ। ਇਹਨਾਂ ਨੂੰ ਇਹ ਅਵਾਰਡ ਕਿਉਂ ਦਿੱਤਾ ਸੀ? ਇਹਨਾਂ ਨੂੰ ਇਹ ਪੁਰਸਕਾਰ ਕਿਉਂ ਦਿੱਤਾ ਗਿਆ? ਆਹ ਲਿਖੋ, ਥੱਲੇ ਲਿਖਿਆ ਹੋਇਆ ਦੇਖੋ। 2020 ਦੇ ਵਿੱਚ ਪੁੱਛ ਸਕਦੇ, 2020 ਦੇ ਵਿੱਚ ਕਿਹਨਾਂ ਨੂੰ ਦਿੱਤਾ ਗਿਆ? ਇਹਨਾਂ 3 ਦੇ ਨਾਂ ਐਜ਼ ਇਟ ਯਾਦ ਕਰ ਲਓ। ਇਹਨਾਂ ਨੂੰ ਪੁਰਸਕਾਰ ਕਿਉਂ ਦਿੱਤਾ ਗਿਆ ਸੀ? ਫੋਰ ਦੇਅਰ ਸਟ੍ਰਾਈਕਿੰਗ ਇਮੇਜਸ ਆਫ ਲਾਈਫ ਐਂਡ ਜੰਮੂ ਕਸ਼ਮੀਰ ਆਫਟਰ ਦਾ ਸੈਂਟਰ ਐਵਰੋਗੇਟਡ ਦਾ ਟੈਰੀਟੋਰੀ ਇਜ਼ ਸਪੈਸ਼ਲ ਸਟੇਟਸ ਅੰਡਰ 370 ਆਰਟੀਕਲ 370 ਆਫ ਦਾ ਇੰਡੀਅਨ ਕੌਂਸਟੀਟਿਊਸ਼ਨ। ਕਹਿੰਦੇ ਜਿਹੜਾ ਆਪਣੀ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ 370 ਆਰਟੀਕਲ ਸੀ, ਜਿਹਦੇ ਕਰਕੇ ਜੰਮੂ ਕਸ਼ਮੀਰ ਨੂੰ ਇੱਕ ਵਿਸ਼ੇਸ਼ ਦਰਜਾ ਦਿੱਤਾ ਹੋਇਆ ਸੀ। ਉਹ ਜਿਹੜਾ ਦਰਜਾ ਸੀ ਉਹ ਜਦੋਂ 370 ਖ਼ਤਮ ਕਰਤਾ ਸੀ ਇਹਨਾਂ ਨੇ। ਠੀਕ ਹੈ, 370 ਖ਼ਤਮ ਕਰਨ ਦੇ ਨਾਲ ਕੀ ਹੋ ਗਿਆ? ਉੱਥੋਂ ਦੇ ਲੋਕਾਂ ਦਾ ਜੀਵਨ ਸੀ ਕਿਵੇਂ, ਉੱਥੇ ਕਰਫਿਊ ਲੱਗਿਆ ਰਿਹਾ ਕਿੰਨੇ ਦਿਨ ਤਾਂ ਉੱਥੇ ਕਰਫਿਊ ਲੱਗਿਆ। ਠੀਕ ਹੈ, ਅਤੇ ਮਤਲਬ ਨੈੱਟ ਵੀ ਡੇਲੀ ਬੰਦ ਕਰ ਦਿੱਤਾ ਜਾਂਦਾ ਸੀ। ਉੱਥੇ ਨੈੱਟਵਰਕ ਦੀ ਸੁਵਿਧਾ ਸੀ ਉਹ ਡੇਲੀ ਬੰਦ ਕਰ ਦਿੱਤੀ ਜਾਂਦੀ ਸੀ। ਹੋਰ ਵੀ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ। ਉਹ ਸਾਰੀਆਂ ਮੁਸ਼ਕਿਲਾਂ ਜਿਵੇਂ ਕਰਫਿਊ ਲੱਗਿਆ ਹੁੰਦਾ ਸੀ, ਫੌਜੀਆਂ, ਸਾਰੀਆਂ ਇਹਨਾਂ ਨੇ ਫੋਟੋਆਂ ਇੱਕ ਤਰ੍ਹਾਂ ਸੱਚਾਈ ਨਾਲ ਕਰਿਆ ਕਿ ਕੀ ਇਫੈਕਟ ਪਾਇਆ ਇਹਦੇ ਨਾਲ 370 ਦੇ ਨਾਲ, ਕੀ ਲੋਕਾਂ ਦੇ ਜੀਵਨ ਦੇ ਵਿੱਚ ਫ਼ਰਕ ਪਿਆ ਗਾ। ਠੀਕ ਹੈ, ਇਹ ਸਾਰਾ ਕੁਛ ਜਿਹੜਾ ਕੀਤਾ ਗਿਆ ਸੀ 370 ਕਰਕੇ ਕੀਤਾ ਗਿਆ ਸੀ। ਠੀਕ ਹੈ, ਇਹ ਸਕੀਮ ਸੀ, ਬਸ ਸਰਕਾਰਾਂ ਦੀ ਸਕੀਮ ਹੁੰਦੀ ਹੈ ਇਹ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੰਬਾਨੀ ਸਾਹਿਬ ਨੇ ਉੱਥੇ ਹੈਗਾ ਸਿਓਆਂ ਦੇ ਬਾਗ ਹੈ, ਉੱਥੇ ਕਾਜੂ ਗਰਾਊਂਡਨਟ ਜਿਹੜਾ ਆਪਣਾ ਡਰਾਈ ਫਰੂਟ ਹੁੰਦਾ ਗਾ, ਇਹ ਜ਼ਿਆਦਾਤਰ ਨਾ ਆਪਣੇ ਜੰਮੂ ਕਸ਼ਮੀਰ ਬੰਨੀ ਹੁੰਦਾ ਗਾ। ਠੀਕ ਹੈ, ਅਤੇ ਇਹ ਜਿਹੜਾ ਹੁੰਦਾ ਵੀ ਇਹ ਡਰਾਈ ਫਰੂਟ ਉੱਧਰ ਹੁੰਦਾ ਗਾ, ਸੇਬ ਵੀ ਉੱਧਰ ਹੁੰਦੇ ਆ। ਤਾਂ ਇਹਨਾਂ ਨੇ ਕੀ ਕਰਿਆ, ਉਹ ਤਾਂ ਇਹ ਉੱਥੇ ਐਂਟਰ ਕਰ ਨਹੀਂ ਸਕਦੇ ਸੀ ਅੰਦਰ, ਕਿਉਂਕਿ ਉਹਨੂੰ ਵਿਸ਼ੇਸ਼ ਸਟੇਟ ਦਾ ਦਰਜਾ ਸੀ 370 ਆਰਟੀਕਲ ਕਰਕੇ। ਪਰ ਉਹਨਾਂ ਨੇ ਅੰਬਾਨੀਆਂ ਅਡਾਨੀਆਂ ਦੀ ਉਂਗਲ 'ਤੇ ਚੜ੍ਹ ਕੇ ਉਹਨਾਂ ਨੇ ਕੀ ਕੀਤਾ, ਇਹ ਸਾਰੇ ਜਿਹੜੇ ਬਾਗ ਸੀ ਉੱਥੋਂ ਦੇ ਆਪਣੇ ਛੋਟੇ ਠੇਕੇਦਾਰ ਭੇਜ ਕੇ ਉੱਥੋਂ ਦੇ ਬਾਗ ਸਾਰੇ ਠੇਕੇ 'ਤੇ ਲੈ ਲਏ। ਸਾਰੇ ਬਾਗ ਉਹਨਾਂ ਨੇ ਕੀ ਕਰਿਆ, ਠੇਕੇ 'ਤੇ ਲੈ ਕੇ ਉਹਨਾਂ ਨੇ ਸਾਰਾ ਮਤਲਬ ਜਿਵੇਂ ਹੁਣ ਜਿਵੇਂ ਹੁਣ ਆਪਣੇ ਪੰਜਾਬ ਦੇ ਵਿੱਚ ਬਿੱਲ ਪਾਸ ਹੋਏ ਵੇ ਆ, ਹੁਣ ਕੀ ਕਰਨਗੇ ਛੋਟੇ ਜਿਹੜੇ ਹੋਣਗੇ, ਆਪਾਂ ਕਹਿ ਦਾਂਗੇ ਭਾਈ ਇਸ ਤਾਂ ਜੇ ਬਿੱਲ ਪਾਸ ਹੋ ਗਏ, ਅੰਬਾਨੀ ਸਾਹਿਬ ਕਹਿਣਗੇ ਕਿ ਇਸ ਤਾਂ ਭਾਈ ਇਹ ਜਿਹੜਾ ਤੁਹਾਡੀ ਚੀਜ਼ ਹੈਗੀ ਅਸੀਂ ਲੈਣੀ ਨਹੀਂ ਹੈਗੀ, ਜਿਹੜੇ ਤੁਹਾਡੇ ਕਣਕ ਤਾਂ ਲੈਣਗੇ ਨਹੀਂ,
ਠੀਕ ਹੈ। तो ਜਿਹੜੇ ਛੋਟੇ ਹੋਣਗੇ ਗਾਹਾਂ ਛੋਟੇ ਠੇਕੇਦਾਰ ਹੋਣਗੇ ਉਹ ਲੈ ਕੇ ਸਾਰਾ ਕੁਛ ਅੰਬਾਨੀਗੜ੍ਹ ਤੱਕ ਪਹੁੰਚਾ ਦੇਣਗੇ। ਠੀਕ ਹੈ, ਜਦੋਂ ਅੰਬਾਨੀ ਤੱਕ ਪਹੁੰਚ ਗਿਆ ਬਾਅਦ ਵਿੱਚ ਉਹਨੇ ਰੇਟ ਵਧਾ ਦੇਣਾ। ਉਹੀ ਕੰਮ ਇੱਥੇ ਹੋਇਆ, ਛੋਟੇ ਛੋਟੇ ਠੇਕੇਦਾਰ ਵਿੱਚ ਛੱਡਤੇ ਜੰਮੂ ਕਸ਼ਮੀਰ ਦੇ। ਠੀਕ ਹੈ, ਉਹਨਾਂ ਨੇ ਬਾਗ ਲੈ ਲਏ ਠੇਕੇ 'ਤੇ, ਸਿਉਆਂ ਦੇ ਬਾਗ, ਡਰਾਈ ਫਰੂਟ ਦੇ ਬਾਗ ਠੇਕੇ 'ਤੇ ਲੈ ਲਏ। ਠੇਕੇ 'ਤੇ ਲੈਣ ਕਰਕੇ ਉਹਨਾਂ ਨੇ ਸਾਰਾ ਮਤਲਬ ਪੈਸੇ ਦਾ ਇੱਕ ਤਰ੍ਹਾਂ ਨਾਲ ਮੂਹਰੇ ਸੀ, ਉਹ ਤਾਂ ਜਿਹੜੇ ਮੂਹਰੇ ਠੇਕੇਦਾਰ ਛੱਡੇ ਸੀ। ਕੰਮ ਸਾਰੇ ਇਹਨਾਂ ਅੰਬਾਨੀ ਅਡਾਨੀਆਂ ਦਾ, ਮੋਦੀ ਸਾਹਿਬ ਦਾ, ਅਮਿਤ ਸ਼ਾਹ, ਇਹਨਾਂ ਸਾਰਿਆਂ ਦਾ ਰਲਮਾ ਕੰਮ ਸੀ। ਬਾਅਦ ਵਿੱਚ ਹੁਣ ਜਿਵੇਂ ਇਹਨਾਂ ਕੋਲ ਸਾਰੀਆਂ ਚੀਜ਼ਾਂ ਪਾ ਕੇ ਹੁਣ ਇਹਨਾਂ ਨੇ ਸਿਉਆਂ ਦੇ ਰੇਟ ਚੱਕਤੇ। ਹੁਣ ਤੁਸੀਂ ਦੇਖੋ ਸਿਓ, ਤੁਹਾਨੂੰ ਅੱਗੇ ਸਿਓ ਮਿਲ ਜਾਂਦੇ ਤੁਹਾਨੂੰ 30 ਰੁਪਏ ਕਿਲੋ, 40 ਰੁਪਏ ਕਿਲੋ ਮਿਲ ਜਾਂਦੇ ਸੀ ਕਿ ਨਹੀਂ। ਹੁਣ ਤੁਹਾਨੂੰ ਸਿਓ 250 ਤੋਂ 300 ਕਿਲੋ ਦੇ ਵਿੱਚ ਸਿਓ ਮਿਲਣਗੇ। ਅੱਜ ਜਾ ਕੇ ਲਿਆਓ, ਜੇ ਤੁਹਾਨੂੰ 250 300 ਕਿਲੋ ਦੇ ਵਿੱਚ ਸਿਓ ਮਿਲ ਗਏ ਤਾਂ 200 ਤਾਂ 200 ਦੇ ਵੀ ਨਹੀਂ ਮਿਲਣੇ, 250 ਅਤੇ 300 ਦੇ ਵਿੱਚ ਸਿਓ ਮਿਲਣਗੇ। ਉਹ ਸਿਓ ਮਿਲਦਾ ਕਾਰਨ ਤਾਂ 370 ਹੀ ਹੈਗਾ। ਡਰਾਈ ਫਰੂਟ ਵੀ ਮਹਿੰਗੇ ਹੋਣਗੇ। ਕਿਉਂ ਮਹਿੰਗੇ? ਸਾਰੇ ਕਾਸੇ ਦਾ ਕਾਰਨ 370 ਹੈ, ਕਿਉਂਕਿ 370 ਉਠਾਤਾ, ਸਪੈਸ਼ਲ ਸਟੇਟ ਦਾ ਦਰਜਾ ਸੀ ਉਹ ਖਤਮ ਹੋ ਗਿਆ। ਅੰਬਾਨੀ ਅਡਾਨੀ ਨੇ ਜਾ ਕੇ ਉੱਥੋਂ ਦੇ ਬਾਗ ਖਰੀਦ ਲਏ, ਉੱਥੋਂ ਦੀਆਂ ਚੀਜ਼ਾਂ ਸਾਰੀਆਂ ਇੱਕ ਵਾਰੀ ਆਪਦੇ ਕਬਜ਼ੇ 'ਚ ਸਟੋਰ ਕਰਕੇ ਰੱਖ ਲਈਆਂ ਅਤੇ ਉਹਦੇ ਰੇਟ ਚੱਕਤੇ। ਆਹ ਕੰਮ ਹੈ ਇਹਨਾਂ ਦਾ। ਠੀਕ ਹੈ, ਗੰਦੀ ਰਾਜਨੀਤੀ ਕਰ ਰਹੇ ਨੇ, ਬਹੁਤ ਗਲਤ ਗੱਲ ਹੈ ਇਹਨਾਂ ਦੀ। ਵਿੱਚ ਮੋਦੀ ਦੇ ਭਗਤ ਵੀ ਹੋਣਗੇ। ਹਮੇਸ਼ਾ ਕਿਸੇ ਵੀ ਪਾਰਟੀ ਦਾ ਭਗਤ ਨਹੀਂ ਬਣੀਦਾ ਹੁੰਦਾ, ਸਾਰੀਆਂ ਚੀਜ਼ਾਂ ਸੋਚ ਸਮਝ ਕੇ ਚੱਲੀਦਾ ਹੁੰਦਾ। ਆਪਾਂ ਨੂੰ ਰੱਬ ਨੇ ਦਿਮਾਗ ਸੋਚਣ ਵਾਸਤੇ ਦਿੱਤਾ। ਜਿਹੜੀ ਸਰਕਾਰ ਧੱਕਾ ਕਰਦੀ ਉਹਦੇ ਉਲਟ ਵੋਟ ਪਾਓ, ਜਿਹੜੀ ਸਰਕਾਰ ਆਪਣਾ ਫਾਇਦਾ ਕਰਦੀ ਉਹਦੇ ਹੱਕ 'ਚ ਵੋਟ ਪਾਓ। ਹੁਣ ਇਹ ਤਾਂ ਨਹੀਂ ਹੈਗਾ ਕਿ ਇੱਕ ਪਾਸੇ ਬਸ ਚੱਲੀ ਚੱਲੋ, ਬਸ ਉਹ ਕੰਮ ਨਹੀਂ ਹੈਗਾ। ਆਪਣੀ ਸੋਚਣ ਸ਼ਕਤੀ 'ਤੇ ਕੰਮ ਕਰੋ। ਅਤੇ ਇਹ ਟਾਈਮ ਦੇ ਵਿੱਚ ਉਹਨਾਂ ਨੇ ਫੋਟੋਆਂ ਖਿੱਚੀਆਂ ਸੀ, ਤਾਂ ਕਰਕੇ ਇਹਨਾਂ ਨੂੰ ਇਹ ਡਾਰ ਜਸਨ, ਮੁਖਤਿਆਰ ਖਾਨ ਅਤੇ ਚੰਨੀ ਆਨੰਦ ਨੂੰ ਇਹ ਜਿਹੜਾ ਅਵਾਰਡ ਮਿਲਿਆ, ਪੁਤੀਜਰ ਪ੍ਰਾਈਜ਼ ਅਵਾਰਡ। ਇਸ ਤੋਂ ਬਾਅਦ ਆ ਗਿਆ ਭਾਈ ਮੈਨ ਬੁੱਕਰ ਪ੍ਰਾਈਜ਼। ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਸਾਰੀ ਇੰਪੋਰਟੈਂਟ ਹੈ ਵੈਸੇ ਤਾਂ, ਇਹ ਵੀ ਯਾਦ ਕਰੋ ਡਿਟੇਲ ਦੇ ਵਿੱਚ। ਮੈਨ ਬੁੱਕਰ ਪ੍ਰਾਈਜ਼ ਕਦੋਂ ਸ਼ੁਰੂ ਕੀਤਾ ਗਿਆ? 1969 ਦੇ ਵਿੱਚ। ਇਹਦਾ ਡੇਟ ਵੀ ਐਜ਼ ਐਟ ਯਾਦ ਰੱਖਣਾ, ਕਦੋਂ ਸ਼ੁਰੂ ਕੀਤਾ ਗਿਆ, ਕਦੋਂ ਸਮਾਪਤ ਕੀਤਾ। ਸਮਾਪਤ ਤਾਂ ਕੋਈ ਕੀਤਾ ਨਹੀਂ ਗਿਆ, ਜਦੋਂ ਸ਼ੁਰੂ ਕੀਤਾ ਗਿਆ 1969 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਵੀ ਸਾਹਿਤ ਦੇ ਖੇਤਰ ਦੇ ਵਿੱਚ ਦਿੱਤਾ ਜਾਂਦਾ। ਇਹ ਪੁਰਸਕਾਰ ਅੰਗਰੇਜ਼ੀ ਦੇ ਵਿੱਚ ਲਿਖੇ ਅਨੁਵਾਦ ਕਰਕੇ ਹੀ ਦਿੱਤਾ ਜਾਂਦਾ ਹੈ। ਜੇਕਰ ਕਿਸੇ ਬੰਦੇ ਨੇ ਕੋਈ ਅੰਗਰੇਜ਼ੀ ਦੇ ਵਿੱਚ ਕੋਈ ਚੀਜ਼ ਲਿਖੀ ਹੈ, ਉਸ ਨੂੰ ਦਿੱਤਾ ਜਾਊਗਾ। ਇਹ ਨਹੀਂ ਹੈਗਾ ਕਿ ਤੁਸੀਂ ਇੱਥੇ ਪੰਜਾਬੀ ਦੇ ਵਿੱਚ ਕਵਿਤਾ ਜੀ ਲਿਖ ਕੇ ਲੈ ਜਾਓ, ਉੱਥੇ ਜਾ ਕੇ ਕਹਿ ਦਿਓ ਕਿ ਜੀ ਸਾਨੂੰ ਤਾਂ ਮੈਨ ਬੁੱਕਰ ਪ੍ਰਾਈਜ਼ ਚਾਹੀਦਾ ਜੀ, ਮੈਨ ਬੁੱਕਰ ਚਾਹੀਦਾ, ਅਤੇ ਉਹ ਅੰਗਰੇਜ਼ ਮਾਰ ਕੇ ਤੈਨੂੰ ਮੁੱਕੀਆਂ ਢੂਹੀ 'ਤੇ ਤੋੜ ਦੇਣਗੇ ਤੁਹਾਨੂੰ। ਠੀਕ ਹੈ, ਅਤੇ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਣਾ ਚਾਹੀਦਾ ਸਾਰਾ। ਠੀਕ ਹੈ ਜੀ। ਅਤੇ ਅੱਜ ਦੇ ਸਮੇਂ ਦੇ ਵਿੱਚ ਇਹਦੀ ਰਾਸ਼ੀ ਕਿੰਨੀ ਹੈ? 50,000 ਪਾਉਂਡ। ਜੇ ਆਪਾਂ ਰਾਸ਼ੀ ਦੀ ਗੱਲ ਕਰੀਏ ਅੱਜ ਦੇ ਟਾਈਮ ਦੇ ਵਿੱਚ 50,000 ਪਾਉਂਡ ਰਾਸ਼ੀ ਦਿੱਤੀ ਜਾਂਦੀ ਹੈ, ਜਿਹੜਾ ਕਿ ਮੈਨ ਬੁੱਕਰ ਪ੍ਰਾਈਜ਼ ਜਿੱਤਦਾ ਗਾ। ਸਭ ਤੋਂ ਪਹਿਲਾਂ ਇਹ ਪੁਰਸਕਾਰ 1969 ਦੇ ਵਿੱਚ ਕਿਹਨੂੰ ਮਿਲਿਆ ਸੀ? PH ਨਿਊਬੀ ਨੂੰ ਮਿਲਿਆ ਸੀ। ਕਿਹੜੀ ਬੁੱਕ ਵਾਸਤੇ? ਸਮਥਿੰਗ ਟੂ ਸੋ ਫਾਰ ਦੇ ਲਈ ਮਿਲਿਆ ਸੀ। ਗੱਲ ਯਾਦ ਰੱਖਣੀ ਹੈ ਭਾਈ, ਕਾਹਦੇ ਵਾਸਤੇ ਮਿਲਿਆ ਸੀ? ਸਮਥਿੰਗ ਟੂ ਸੋ ਫਾਰ ਦੇ ਲਈ ਮਿਲਿਆ ਸੀ। ਅਤੇ ਉਹ ਪਹਿਲਾ ਭਾਰਤੀ ਕਿਹੜਾ ਜਿਹਨੂੰ ਮਿਲਿਆ ਸੀ? ਉਹ ਭਾਰਤੀ ਹੈਗਾ ਭਾਈ ਆਪਣਾ BS ਨਾਇਪਾਲ। ਇਹਨੂੰ ਮਿਲਿਆ ਸੀ ਇਨ ਏ ਫਰੀ ਸਟੇਟ ਬੁੱਕ ਲਿਖੀ ਸੀ ਇਹਨੇ, ਉਹਦੇ ਵਾਸਤੇ ਮਿਲਿਆ ਸੀ 1971 ਦੇ ਵਿੱਚ। ਓਕੇ। ਇਸ ਤੋਂ ਬਾਅਦ ਮਿਲਿਆ ਸੀ ਸਲਮਾਨ ਰਾਸ਼ਦੀ ਨੂੰ। ਇਹ ਪੁੱਛ ਸਕਦੇ ਕਿ ਸਲਮਾਨ ਰਾਸ਼ਦੀ ਨੂੰ ਜਿਹੜਾ ਪੁਰਸਕਾਰ ਮਿਲਿਆ ਸੀ ਬੁੱਕਰ ਪ੍ਰਾਈਜ਼, ਮੈਨ ਬੁੱਕਰ ਪ੍ਰਾਈਜ਼, ਉਹ ਕਾਹਦੇ ਵਾਸਤੇ ਮਿਲਿਆ ਸੀ? ਇਹਨੇ ਲਿਖਿਆ ਸੀ ਮਿਡਨਾਈਟ ਚਿਲਡਰਨ, ਅਤੇ ਲਈ ਇਸਨੂੰ ਪੁਰਸਕਾਰ ਮਿਲਿਆ ਸੀ 1981 ਦੇ ਵਿੱਚ। ਇਸ ਤੋਂ ਬਾਅਦ ਅਰੁੰਧਤੀ ਰਾਏ, ਇਹਨੂੰ 1997 ਦੇ ਵਿੱਚ ਮਿਲਿਆ ਸੀ ਦਾ ਗ੍ਰੈਂਡ ਆਫ ਸਮਾਲ ਥਿੰਗਸ। ਠੀਕ ਹੈ, ਇਹਦੇ ਵਾਸਤੇ ਮਿਲਿਆ ਸੀ। ਇਸ ਤੋਂ ਬਾਅਦ ਕਿਰਨ ਦੇਸਾਈ ਨੂੰ ਕਾਹਦੇ ਵਾਸਤੇ ਮਿਲਿਆ ਸੀ? ਇਹਨੂੰ ਮਿਲਿਆ ਸੀ ਦਾ ਹੈਰੀਡੈਂਸ ਆਫ ਲਾਸ, 2006 ਦੇ ਵਿੱਚ ਮਿਲਿਆ ਸੀ। ਠੀਕ ਹੈ, ਇਸ ਤਰ੍ਹਾਂ ਲਿਖਣਾ ਸੀ, ਦਾ ਹੈਰੀਡੈਂਸ ਆਫ ਲਾਸ ਲਈ ਕਿਹਨੂੰ ਮਿਲਿਆ ਸੀ? ਕਿਰਨ ਦੇਸਾਈ ਨੂੰ। ਅਰਵਿੰਦ ਅਡਿੰਗਾ ਨੂੰ ਕਾਹਦੇ ਵਾਸਤੇ ਮਿਲਿਆ ਸੀ? ਦਾ ਵਾਈਟ ਟਾਈਗਰ ਵਾਸਤੇ। ਸਾਰੀਆਂ ਚੀਜ਼ਾਂ ਯਾਦ ਰੱਖ ਲਓ ਐਜ਼ ਇਟ ਤੁਸੀਂ। ਡਗਲਸ ਸਟੂਅਰਟ ਵਾਸਤੇ, ਜਿਹੜਾ ਡਗਲਸ ਸਟੂਅਰਟ ਹੈ, ਇਹਨੂੰ 2020 ਦੇ ਵਿੱਚ ਇਹ ਪੁਰਸਕਾਰ ਮਿਲਿਆ ਸੀ। ਇਹ ਇਸਨੂੰ ਸ਼ਗਲ ਬ੍ਰੇਨ ਦੇ ਲਈ ਮਿਲਿਆ ਸੀ, ਸ਼ਗਲ ਵੈਨ ਦੇ ਲਈ ਮਿਲਿਆ ਸੀ। ਠੀਕ ਹੈ, ਇਹ ਚੀਜ਼ਾਂ ਯਾਦ ਕਰਨੀਆਂ ਕਰਨੀਆਂ। ਇਹ ਤਾਂ ਉਹ ਹੈ ਜਿਹੜੇ ਭਾਰਤੀਆਂ ਨੂੰ ਮਿਲਿਆ ਸੀ। 2019 ਦੇ ਵਿੱਚ ਜਿਨ੍ਹਾਂ ਨੂੰ ਮਿਲਿਆ ਉਹ ਯਾਦ ਰੱਖੋ। 2000 ਹਾਂ ਆਹ ਦੇਖੋ 2020 ਦੇ ਵਿੱਚ ਤਾਂ ਕਿਹਨੂੰ ਮਿਲਿਆ ਗਾ? ਪੁੱਛ ਸਕਦਾ ਕਿ 2020 ਦੇ ਵਿੱਚ ਮੈਨ ਬੁੱਕਰ ਪ੍ਰਾਈਜ਼ ਕਿਹਨੂੰ ਮਿਲਿਆ ਸੀ? ਇਕੱਲਾ ਮੈਨ ਬੁੱਕਰ ਦੀ ਗੱਲ ਕਰ ਰਿਹਾ। ਇਹ ਮਿਲਿਆ ਸੀ ਡਗਲਸ ਸਟੂਅਰਟ ਨੂੰ। ਕਿਹੜੀ ਬੁੱਕ ਵਾਸਤੇ ਮਿਲਿਆ ਸੀ? ਸ਼ਗਨ ਵੈਨ ਵਾਸਤੇ। ਇਸ ਤੋਂ ਬਾਅਦ 2019 ਦੇ ਵਿੱਚ, ਕਿਉਂਕਿ 2019 ਦਾ ਵੀ ਪੁੱਛ ਸਕਦੇ ਆ, 2019 ਦੇ ਵਿੱਚ ਇਹ ਅਵਾਰਡ ਮਿਲਿਆ ਸੀ ਮਾਰਗੇਟ ਐਡਵੁੱਡ ਨੂੰ ਅਤੇ ਬਰਨਰਡਾਈਨ ਐਵਰਿਸਟੋ ਨੂੰ, ਸੰਯੁਕਤ ਰੂਪ ਦੇ ਵਿੱਚ ਮਿਲਿਆ ਸੀ। ਠੀਕ ਹੈ, ਇਹਨਾਂ ਦੋਨਾਂ ਨੂੰ ਮਿਲਿਆ ਸੀ, ਸਾਂਝਾ ਮਿਲਿਆ ਸੀ ਇਹਨਾਂ ਦੋਨਾਂ ਨੂੰ। ਮਾਰਗੇਟ ਨੂੰ ਇਹ ਮਿਲਿਆ ਸੀ ਕਾਹਦੇ ਵਾਸਤੇ? ਨਹੀਂ, ਸਾਂਝਾ ਨਹੀਂ ਮਿਲਿਆ ਸੀ ਇਹਨੂੰ, ਵੈਸੇ ਹੀ ਮਿਲਿਆ ਸੀ ਦੋਨੇ ਜਾਣਿਆਂ ਨੂੰ। ਠੀਕ ਹੈ, ਮਾਰਗੇਟ ਨੂੰ ਤਾਂ ਇਹ ਮਿਲਿਆ ਸੀ ਦਾ ਟੈਸਟਾਮੈਂਟ ਵਾਸਤੇ।
ਮਾਰਗਟ ਨੂੰ ਕਾਹਦੇ ਵਾਸਤੇ, ਮਾਰਗਟ ਨੇ ਬੁੱਕ ਲਿਖੀ ਸੀ ਟੈਸਟਾਮੈਂਟ। ਜਾਂ ਪੁੱਛ ਸਕਦੇ ਕਿ ਟੈਸਟਾਮੈਂਟ ਬੁੱਕ ਕਿਹਨੇ ਲਿਖੀ ਸੀ, ਮਾਰਗਟ ਨੇ ਲਿਖੀ ਸੀ। ਜਾਂ ਪੁੱਛ ਸਕਦੇ ਕਿ ਮਾਰਗਟ ਐਟਵੁੱਡ ਨੂੰ ਜਿਹੜਾ ਅਵਾਰਡ ਮਿਲਿਆ ਸੀ ਉਹ ਕਿਹੜੀ ਬੁੱਕ ਕਰਕੇ ਮਿਲਿਆ ਸੀ, ਟੈਸਟਾਮੈਂਟ ਬਾਰੇ। ਇਸ ਤੋਂ ਬਾਅਦ ਬਰਨਰ ਨੂੰ ਜਿਹੜਾ ਮਿਲਿਆ ਸੀ, ਇਹਨੂੰ ਮਿਲਿਆ ਸੀ ਗਰਲ, ਵੂਮੈਨ ਐਂਡ ਔਥਰ। ਇਹ ਪ੍ਰਸ਼ਨ ਆਇਆ ਹੋਇਆ ਪੇਪਰ ਦੇ ਵਿੱਚ, ਇਹ ਆਉਂਦੇ ਬਰਨਰ ਵਾਲਾ ਜਿਹੜਾ ਪ੍ਰਸ਼ਨ ਇਹ ਆਉਂਦੇ 101% ਚਾਂਸ ਨੇ, ਇਹ ਯਾਦ ਰੱਖਣਾ ਠੀਕ ਹੈ। ਇਹ ਤਾਂ ਹੈਗਾ ਸੀ ਇਕੱਲਾ ਮੈਨ ਬੁੱਕਰ ਪ੍ਰਾਈਜ਼। ਜੇ ਪੁੱਛ ਲੈਣ ਉਹ ਇੰਟਰਨੈਸ਼ਨਲ ਮੈਨ ਬੁੱਕਰ ਪ੍ਰਾਈਜ਼ ਤਾਂ ਸਾਰੀ ਕੰਡੀਸ਼ਨ ਨਾਲ ਦੇ ਨਾਲ ਹੀ ਬਦਲ ਜੂਗੀ ਠੀਕ ਹੈ। ਇੰਟਰਨੈਸ਼ਨਲ ਮੈਨ ਬੁੱਕਰ ਪ੍ਰਾਈਜ਼ ਕਿਹੜਾ, ਇਸ ਦੀ ਸਥਾਪਨਾ 2005 ਦੇ ਵਿੱਚ ਹੋਈ ਸੀ। 2020 ਦੇ ਵਿੱਚ ਇੰਟਰਨੈਸ਼ਨਲ ਮੈਨ ਬੁੱਕਰ ਪ੍ਰਾਈਜ਼ ਇਹ ਮਾਰਿਕਾ ਲੁਕਾਸ ਨੂੰ ਮਿਲਿਆ ਸੀ। 2020 ਦੇ ਵਿੱਚ ਇੰਟਰਨੈਸ਼ਨਲ ਮੈਨ ਬੁੱਕਰ ਪ੍ਰਾਈਜ਼ ਕਿਹਨੂੰ ਮਿਲਿਆ, ਮਾਰਕਸ ਲੁਕਾਸ ਨੂੰ ਮਿਲਿਆ। ਨਹੀਂ ਕਿਹੜੀ ਬੁੱਕ ਲਿਖੀ ਸੀ, ਦ ਡਿਸਕੰਫਰਟ ਆਫ ਈਵਨਿੰਗ ਦੇ ਲਈ ਨੂੰ ਇਹ ਬੁੱਕ ਮਿਲੀ ਸੀ। ਬਹੁਤ ਜ਼ਿਆਦਾ ਮਹੱਤਵਪੂਰਨ ਪੋਜੀਸ਼ਨ, ਇਹਦੀ ਵੀ 101% ਚਾਂਸ ਆਉਣ ਦੇ। ਅਤੇ 2019 ਦੇ ਵਿੱਚ ਕਿਹਨੂੰ ਮਿਲੀ ਸੀ ਭਾਈ, 2019 ਦੇ ਵਿੱਚ ਇਹ ਮਿਲੀ ਸੀ ਜੋਖਾ ਅਲਾਰਥੀ ਨੂੰ, ਕਾਹਦੇ ਵਾਸਤੇ, ਸੈਲੀਸਟਾਈਲ ਬੋਡੀਜ਼ ਲਈ ਠੀਕ ਹੈ। ਅਤੇ 2018 ਦੇ ਵਿੱਚ ਇੰਟਰਨੈਸ਼ਨਲ ਮੈਨ ਬੁੱਕਰ ਪ੍ਰਾਈਜ਼ ਕਿਹਨੂੰ ਮਿਲਿਆ ਸੀ, ਓਲਗਾ ਟੋਕਰਜੁਕ ਨੂੰ ਮਿਲਿਆ ਸੀ। ਇਸਨੇ ਬੁੱਕ ਲਿਖੀ ਸੀ ਫਲਾਈਟਸ ਠੀਕ ਹੈ, ਫਲਾਈਟਸ ਬੁੱਕ ਲਿਖੀ ਸੀ ਇਹਨਾਂ ਨੇ। ਇੱਕ ਵਾਰੀ ਦੁਬਾਰਾ ਤੁਹਾਨੂੰ ਦਿਖਾ ਦਿੰਦੇ ਕਿਹੜੀਆਂ ਕਿਹੜੀਆਂ ਚੀਜ਼ਾਂ ਯਾਦ ਕਰਨੀਆਂ। ਦੇਖੋ ਪ੍ਰਸ਼ਨ ਕੀ ਬਣਨਾ ਹੁਣ, ਤੁਸੀਂ ਧਿਆਨ ਨਾਲ ਦੇਖੋ, ਇੱਕ ਵਾਰ ਤਾਂ ਪੜ੍ਹਾਉਣ ਮੇਰਾ ਹੱਕ ਸੀ। ਹੁਣ ਦੇਖੋ ਨੋਬਲ ਪ੍ਰਾਈਜ਼ ਕਿਹਦੀ ਯਾਦ 'ਚ ਦਿੱਤਾ ਜਾਂਦਾ ਹੈ, ਅਲਫਰੈਡ ਨੋਬਲ ਦੀ ਯਾਦ ਦੇ ਵਿੱਚ। ਕੌਣ ਦਿੰਦੇ ਆ, ਸਟਾਕ ਸਵੀਡਨ ਦੇ ਵਿੱਚੋਂ ਦਿੱਤਾ ਜਾਂਦਾ, ਸਟਾਕਹੈਮ ਸਵੀਡਨ ਦੇ ਵਿੱਚੋਂ। 1901 ਦੇ ਵਿੱਚ ਕਿੰਨੇ ਵਿਸ਼ੇ ਸੀ ਇਹਦੇ, 5 ਵਿਸ਼ੇ ਸੀ ਓਕੇ। ਭੌਤਿਕ ਦੇ ਵਿੱਚ, ਫਿਜ਼ਿਕਸ ਦੇ ਵਿੱਚ ਅਤੇ ਰਸਾਇਣਕ ਵਿਗਿਆਨ ਦੇ ਵਿੱਚ ਜਿਹੜਾ ਨੋਬਲ ਪ੍ਰਾਈਜ਼ ਦਿੰਦਾ ਕਿਹੜੀ ਕੰਪਨੀ ਦਿੰਦੀ ਹੈ, ਇਹ ਦਿੰਦੀ ਹੈ ਸਵੀਡਿਸ਼ ਅਕੈਡਮੀ ਆਫ ਸਾਇੰਸ ਦੁਆਰਾ ਦਿੱਤੇ ਜਾਂਦੇ ਆ। ਅਰਥ ਸ਼ਾਸਤਰ ਦੇ ਵਿੱਚ ਕੌਣ ਦਿੰਦਾ ਨੋਬਲ ਪ੍ਰਾਈਜ਼, ਕਿਦੋਂ ਸ਼ੁਰੂ ਹੋਏ ਸੀ, 1969 ਦੇ ਵਿੱਚ। ਅਤੇ ਇਹਦੇ ਵਿੱਚ ਜਿਹੜਾ ਅਰਥ ਸ਼ਾਸਤਰ ਜੋੜਤੀ ਸੀ, ਇਹਦੇ ਵਿੱਚ 1969 ਵਿੱਚ ਕਿੰਨੇ ਵਿਸ਼ੇ ਹੋ ਗਏ, ਕੋਲ 6 ਵਿਸ਼ੇ ਹੋ ਗਏ। ਸਿਹਤ ਵਿਸ਼ੇ ਦੇ ਵਿੱਚ, ਹੈਲਥ ਦੇ ਵਿੱਚ ਜਿਹੜਾ ਪੁਰਸਕਾਰ ਦਿੱਤਾ ਜਾਂਦਾ, ਇਹਦੇ ਸਟਾਕਹੋਮ ਫੈਕਲਟੀ ਆਫ ਮੈਡੀਸਨ ਦੁਆਰਾ ਦਿੱਤਾ ਜਾਂਦਾ ਹੈ। ਸਾਹਿਤ ਦੇ ਖੇਤਰ ਦੇ ਵਿੱਚ ਇਹ ਪੁਰਸਕਾਰ ਸਵੀਡਿਸ਼ ਅਕੈਡਮੀ ਆਫ ਲਿਟਰੇਚਰ ਦੁਆਰਾ ਦਿੱਤਾ ਜਾਂਦਾ। ਸ਼ਾਂਤੀ ਦੇ ਖੇਤਰ ਵਿੱਚ ਇਹ ਨਾਰਵੇ ਦੁਆਰਾ ਦਿੱਤਾ ਜਾਂਦਾ। ਆਪਰੇਸ਼ਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਮਹਾਤਮਾ ਗਾਂਧੀ ਨੂੰ ਕੋਈ ਵੀ ਹਜੇ ਤੱਕ ਨੋਬਲ ਪ੍ਰਾਈਜ਼ ਨਹੀਂ ਮਿਲਿਆ ਸੀ, ਇਹਨਾਂ ਦਿੱਤੇ ਤਾਂ ਸੀ ਪਰ ਇਹਨੇ ਨੋਮੀਨੇਟ ਤਾਂ ਕੀਤਾ ਸੀ ਪਰ ਕਿਸੇ ਕਾਰਨ ਲੈ ਨਹੀਂ ਸਕੇ। ਰਵਿੰਦਰ ਨਾਥ ਟੈਗੋਰ ਆ ਜਿਹੜੇ, ਇਹਨਾਂ ਨੂੰ ਮਿਲਿਆ ਸੀ 1913 ਦੇ ਵਿੱਚ। ਕਿਹੜੇ ਖੇਤਰ ਦੇ ਵਿੱਚ, ਸਾਹਿਤ ਦੇ ਖੇਤਰ ਦੇ ਵਿੱਚ। ਕਿਹੜੇ ਸੀ ਇਹ, ਪਹਿਲੇ ਭਾਰਤੀ ਸਨ। ਕਿਹੜੀ ਵਾਸਤੇ ਮਿਲਿਆ ਸੀ, ਗੀਤਾਂਜਲੀ ਵਾਸਤੇ ਮਿਲਿਆ ਸੀ। ਚੰਦਰ ਸ਼ੇਖਰ ਵੈਂਕਟਰਾਮ ਰਾਮਨ ਜਿਹਨੂੰ ਸੀ ਵੀ ਰਾਮਨ ਕਿਹਾ ਜਾਂਦਾ, ਇਹਨਾਂ ਨੂੰ ਮਿਲਿਆ ਸੀ ਫਿਜ਼ਿਕਸ ਦੇ ਖੇਤਰ ਵਿੱਚ 1930 ਦੇ ਵਿੱਚ, ਰਾਮਨ ਇਫੈਕਟ ਕਰਕੇ। ਡਾਕਟਰ ਖਨਾਨਾ ਨੂੰ ਮਿਲਿਆ ਸੀ ਮੈਡੀਸਨ ਦੇ ਖੇਤਰ ਦੇ ਵਿੱਚ, DNA ਦੀ ਖੋਜ ਕਰੀ ਸੀ ਨੇ, ਪ੍ਰੋਟੀਨ ਦੀ ਠੀਕ ਹੈ, 1968 ਦੇ ਵਿੱਚ। ਮਦਰ ਟਰੇਸਾ ਕਿੱਥੋਂ ਦੀ ਸੀ ਭਾਈ, ਇਹ ਹੈਗੀ ਸੀ ਯੂਗੋਸਲਾਵੀਆ ਦੀ। ਇਹਨੂੰ 1979 ਦੇ ਵਿੱਚ ਮਿਲਿਆ ਸੀ ਅਤੇ 1929 ਦੇ ਵਿੱਚ ਇਹ ਭਾਰਤ ਆਈ ਸੀ। ਇਹਨੂੰ ਪੀਸ ਦੇ ਵਿੱਚ ਮਿਲਿਆ ਸੀ, ਸ਼ਾਂਤੀ ਦੇ ਵਿੱਚ ਅਵਾਰਡ। ਸੁਬਰਮਨੀਅਮ ਚੰਦਰ ਸ਼ੇਖਰ ਨੂੰ ਭੌਤਿਕ ਦੇ ਖੇਤਰ ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ ਸੀ ਨੇ, ਗ੍ਰਹਿਆਂ ਦੀ ਨਕਸ਼ਤਰਾਂ ਬਾਰੇ ਦੱਸਿਆ ਸੀ। ਅਮਰਤਿਆ ਸੈਨ ਨੂੰ ਮਿਲਿਆ ਸੀ ਭਾਈ ਅਰਥ ਸ਼ਾਸਤਰ ਇਕਨੋਮਿਕਸ ਦੇ ਵਿੱਚ, ਲੰਡਨ ਸਕੂਲ ਆਫ ਇਕਨੋਮਿਕਸ ਦੁਆਰਾ। ਵੈਂਕਟ ਰਾਮਕ੍ਰਿਸ਼ਨ 2009 ਦੇ ਵਿੱਚ ਕੈਮਿਸਟਰੀ ਦੇ ਵਿੱਚ ਮਿਲਿਆ ਸੀ, ਰਾਈਬੋਸੋਮ ਦੇ ਵਾਸਤੇ। ਕੈਲਾਸ਼ ਦਾਸ ਨੂੰ 2009 ਦੇ ਵਿੱਚ ਮਿਲਿਆ ਸੀ, ਸ਼ਾਂਤੀ ਦੇ ਖੇਤਰ ਦੇ ਵਿੱਚ। ਪੁੱਤੀਜਰ ਪੁਰਸਕਾਰ ਤੁਹਾਨੂੰ ਦੱਸ ਕੇ ਗਿਆ ਭਾਈ, ਪੁੱਤੀਜਰ ਪੁਰਸਕਾਰ ਹੈ ਜਿਹੜਾ ਪੱਤਰਕਾਰਤਾ ਦੇ ਵਿੱਚ ਦਿੱਤਾ ਜਾਂਦਾ ਹੈਗਾ ਠੀਕ ਹੈ। 3 ਜਣਿਆਂ ਨੂੰ ਇਹ ਦਿੱਤਾ ਗਿਆ ਹੈਗਾ। ਕਿਉਂ ਦਿੱਤਾ ਗਿਆ, ਕਿਉਂਕਿ ਇਹਨਾਂ ਨੇ ਇੱਕ ਵਾਰੀ ਦੇਖ ਲਓ, ਪੱਤਰਕਾਰੀ ਦੇ ਵਿੱਚ ਦਿੱਤਾ ਤਾਂ 1917 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ, ਇਹ ਗੱਲ ਵੀ ਯਾਦ ਰੱਖਣੀ ਹੈ। ਸਭ ਤੋਂ ਪਹਿਲਾਂ ਇਹ ਕਿਹੜੇ ਭਾਰਤੀ ਨੂੰ ਮਿਲਿਆ ਸੀ, ਪਹਿਲੇ ਇਹਨੂੰ 1937 ਵਿੱਚ ਗੋਬਿੰਦ ਬਿਹਾਰੀ ਨੂੰ ਮਿਲਿਆ ਸੀ। 2000 ਦੇ ਵਿੱਚ ਝੁੰਪਾ ਲਹਿਰੀ ਨੂੰ ਮਿਲਿਆ ਸੀ। ਇਹ ਪੱਤਰਕਾਰਾਂ ਦੇ ਵਿੱਚ ਦਿੱਤਾ ਜਾਂਦਾ, 21 ਕੈਟਾਗਰੀਆਂ ਦੇ ਵਿੱਚ ਦਿੱਤਾ ਜਾਂਦਾ ਇਹ ਠੀਕ ਹੈ। ਇਹ ਕਿਹਨੂੰ ਮਿਲਿਆ 2020 ਦੇ ਵਿੱਚ, 2020 ਦੇ ਵਿੱਚ ਡਾਰ ਜਾਸਿਨ, ਮੁਖਤਿਆਰ ਖਾਨ ਅਤੇ ਚੰਨੀ ਨੂੰ, ਇਹਨਾਂ ਨੂੰ ਚੰਨੀ ਆਨੰਦ ਨੂੰ ਮਿਲਿਆ 2020 ਦੇ ਵਿੱਚ। ਕਿਉਂ ਮਿਲਿਆ, ਕਿਉਂਕਿ ਜਿਹੜੀ 370 ਧਾਰਾ ਸੀ ਜਿਹਦੇ ਕਰਕੇ ਜੰਮੂ ਕਸ਼ਮੀਰ ਨੂੰ ਇੱਕ ਵਿਸ਼ੇਸ਼ ਸਟੇਟ ਦਾ ਅਧਿਕਾਰ ਦਿੱਤਾ ਗਿਆ ਸੀ, ਉਹ ਸਮਾਪਤ ਕਰਕੇ ਇਹਨਾਂ ਨੇ ਕੀ ਕਰਤਾ ਸੀ, ਉਹ ਸਮਾਪਤ ਕਰਤਾ ਸੀ। ਅਤੇ ਇਸ ਤੋਂ ਬਾਅਦ ਜਿਹੜੇ ਲੋਕਾਂ ਨੂੰ ਮੁਸ਼ਕਿਲਾਂ ਆਈਆਂ, ਜਿਵੇਂ ਨੈੱਟ ਡਾਊਨ ਕਰ ਦਿੰਦੇ ਸੀ, ਉੱਥੇ ਕਲਰਫੁੱਲ ਲੱਗੇ ਰਹਿੰਦੇ, ਲੋਕਾਂ ਨੂੰ ਬਹੁਤ ਮੁਸ਼ਕਿਲਾਂ ਆਉਂਦੀਆਂ ਸੀ, ਕੁੱਟਮਾਰ ਵੀ ਹੁੰਦੀ ਸੀ, ਡਲੇ ਵੀ ਚੱਲਦੇ ਸੀ ਇੱਕ ਦੂਜਿਆਂ 'ਤੇ। ਤਾਂ ਉਹ ਸਾਰਾ ਕੁਛ ਕਾਹਦੇ 'ਚ ਆ ਜਾਂਦਾ ਭਾਈ, ਉਹ ਸਾਰਾ ਕੁਛ ਆ ਜਾਂਦਾ ਆਪਣਾ ਇਹਨਾਂ ਨੇ ਉਹ ਜਿਹੜੀ ਇੱਕ ਇਮਾਨਦਾਰੀ ਦੇ ਨਾਲ ਆਪਣੀ ਪੱਤਰਕਾਰਤਾ ਦਾ ਫਰਜ਼ ਨਿਭਾਇਆ ਗਾ, ਉਹਦੇ ਕਰਕੇ ਇਹਨਾਂ ਨੂੰ ਪੁੱਤੀਜਰ ਪੁਰਸਕਾਰ ਮਿਲਿਆ ਗਾ। ਜਿਹੜਾ ਮੈਨ ਬੁੱਕਰ ਠੀਕ ਹੈ ਜੀ, ਮੈਨ ਬੁੱਕਰ ਮਿਲਿਆ ਸੀ ਆਪਣਾ 1969 ਦੇ ਵਿੱਚ। ਅਤੇ ਇਹ ਕਦੇ ਦਿੱਤਾ ਜਾਂਦਾ ਸੀ, ਇਹ ਜਿਹੜੇ ਨੇ ਆਪਾਂ ਕੋਈ ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ ਠੀਕ ਹੈ, ਅੰਗਰੇਜ਼ੀ ਦੇ ਵਿੱਚ ਲਿਖੀ ਹੋਣੀ ਚਾਹੀਦੀ ਹੈ ਬੁੱਕ, ਉਹਦੇ ਵਾਸਤੇ 50,000 ਪਾਉਂਡ ਇਹਦੀ ਰਾਸ਼ੀ ਹੈ, ਰਾਸ਼ੀ ਵੀ ਯਾਦ ਕਰਨੀ ਹੈ।
ਸਭ ਤੋਂ ਪਹਿਲਾਂ 1969 ਦੇ ਵਿੱਚ ਦਿੱਤਾ ਗਿਆ ਸੀ। ਕਿਹਨੂੰ ਦਿੱਤਾ ਗਿਆ ਸੀ ਇਹ? PH ਨਿਊਬਿਲੀ ਨੂੰ ਸਮਥਿੰਗ ਸੋ ਫਾਰ ਵਾਸਤੇ। ਪਹਿਲਾ ਭਾਰਤੀ ਕਿਹੜਾ ਜਿਹਨੂੰ ਮਿਲਿਆ ਸੀ ਉਹ ਹੈਗਾ ਸੀ BS ਨਾਇਲਪਾਲ। 1971 ਦੇ ਵਿੱਚ ਮਿਲਿਆ ਸੀ ਇਹਨੇ ਫ੍ਰੀ ਸਟੇਟ ਵਾਸਤੇ ਨੂੰ। ਸਲਮਾਨ ਰਾਸ਼ਦੀ ਨੂੰ ਇਹ ਵੀ ਪੁੱਛ ਸਕਦੇ ਕਿ ਸਲਮਾਨ ਰਾਸ਼ਦੀ ਨੇ ਕਿਹੜੀ ਬੁੱਕ ਲਿਖੀ? ਇਹਦੇ ਵਿੱਚ ਮਿਡਨਾਈਟ ਚਿਲਡਰਨ ਦੇ ਲਿਖ ਦੇਣਗੇ ਕਿ ਸਲਮਾਨ ਰਾਸ਼ਦੀ ਦੀ ਕਿਹੜੀ ਬੁੱਕ ਜਿਹਦੇ ਕਰਕੇ ਨੋਬਲ ਪ੍ਰਾਈਜ਼ ਮਿਲਿਆ ਗਾ। ਠੀਕ ਹੈ, 3-4 ਬੁੱਕਾਂ ਲਿਖ ਦੇਣਗੇ ਉਹਦੇ 'ਚ ਇਹਨੂੰ ਮਿਲਿਆ ਗਾ ਮਿਡਨਾਈਟ ਆਫ ਚਿਲਡਰਨ ਵਾਸਤੇ। ਸਾਰਿਆਂ ਦੀ ਬਸ ਐਵੀਬ੍ਰੇਸ਼ਨ ਬਣਨਗੇ ਸਾਰਿਆਂ ਦੇ। ਥੋੜ੍ਹਾ ਜਿਹਾ ਤੁਹਾਡੀ ਇੰਟੈਲੀਜੈਂਸੀ ਵੀ ਕੰਮ ਕਰੂ ਪੇਪਰ ਦੇ ਵਿੱਚ। ਅਰੁੰਧਤੀ ਰਾਏ, ਇਹਨੂੰ ਮਿਲਿਆ ਸੀ ਭਾਈ ਦਾ ਗ੍ਰੈਂਡ ਆਫ ਸਮਾਲ ਥਿੰਗਸ 1997 ਦੇ ਵਿੱਚ। ਕਿਰਨ ਦੇਸਾਈ ਦਾ ਇੰਟਰਨੈਸ਼ਨਲ ਦਾ ਹੈਰੀਟੇਜ ਆਫ ਲੋਜ਼ 2006 ਦੇ ਵਿੱਚ ਮਿਲਿਆ ਸੀ ਇਹਨਾਂ ਨੂੰ, ਕਿਰਨ ਦੇਸਾਈ ਨੂੰ। ਓਕੇ ਜੀ। ਅਤੇ ਅਰਵਿੰਦਾ ਅਡਿੰਗਾ ਨੂੰ ਦਾ ਬੈਟਰ ਟਾਈਗਰ ਬਾਅਦ 2008 ਦੇ ਵਿੱਚ ਮਿਲਿਆ ਸੀ। ਡਗਲਸ ਨੂੰ 2020 ਦੇ ਵਿੱਚ ਮਿਲਿਆ ਸੀ। ਇਹਦਾ ਤਾਜ਼ਾ ਹੀ ਹੈ। ਠੀਕ ਹੈ, ਸ਼ਗਨ ਬੇਨ ਵਾਸਤੇ। ਅਤੇ 2019 ਦੇ ਵਿੱਚ ਕਿਹਨੂੰ ਮਿਲਿਆ ਸੀ? ਮਾਰਗੇਟ ਨੂੰ ਮਿਲਿਆ ਸੀ ਅਤੇ ਬਰਨਰਡਾਈਨ ਐਵਜਿਸਟੋ ਨੂੰ ਮਿਲਿਆ ਸੀ। ਜਿਹੜੀ ਮਾਰਗੇਟ ਨੂੰ ਮਿਲਿਆ ਸੀ ਇਹਦਾ ਮਿਲਿਆ ਸੀ ਟੈਸਟਾਮੈਂਟ ਵਾਸਤੇ। ਬਰਨ ਨੂੰ ਮਿਲਿਆ ਸੀ ਗਰਲ ਵੂਮੈਨ ਔਥਰ ਵਾਸਤੇ। ਇਸ ਤੋਂ ਬਾਅਦ ਆ ਗਿਆ ਇੰਟਰਨੈਸ਼ਨਲ ਮੈਨ ਬੁੱਕਰ ਪ੍ਰਾਈਜ਼ 2005 ਦੇ ਵਿੱਚ ਸ਼ੁਰੂ ਕੀਤਾ ਗਿਆ। ਉਹ ਇਕੱਲਾ ਮੈਨ ਬੁੱਕਰ ਸੀ, ਇਹ ਇੰਟਰਨੈਸ਼ਨਲ ਮੈਨ ਬੁੱਕਰ ਸੀ। ਇਹ 2005 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। 2020 ਦੇ ਵਿੱਚ ਇੰਟਰਨੈਸ਼ਨਲ ਮੈਨ ਬੁੱਕਰ ਮਾਰੀਕਾ ਲੁਕਾਸ ਨੂੰ ਮਿਲਿਆ ਸੀ। ਇਸ ਦੀ ਬੁੱਕ ਦਾ ਡਿਸਕੰਫਰਟ ਆਫ ਈਵਨਿੰਗ ਦੇ ਲਈ ਮਿਲਿਆ ਸੀ। ਠੀਕ ਹੈ। 2019 ਦੇ ਵਿੱਚ ਜੋਕਾ ਲਾਰਥੀ ਨੂੰ ਮਿਲਿਆ ਸੀ ਕਿਹੜੇ ਵਾਸਤੇ? ਕੈਲੀਸਟਾਈਲ ਬੋਡੀਜ਼ ਵਾਸਤੇ। 2018 ਦੇ ਵਿੱਚ ਓਲਗਾ ਨੂੰ ਮਿਲਿਆ ਸੀ ਫਲਾਈਟਸ ਵਾਸਤੇ। ਆਹ ਤਿੰਨੇ ਹੀ ਯਾਦ ਕਰ ਲਓ। ਠੀਕ ਹੈ, ਅਤੇ ਸਾਰੀ ਤਿਆਰੀ ਵਜੋਂ ਚੰਗੀ ਤਰ੍ਹਾਂ ਕਰ ਲਿਓ ਅਤੇ ਵੀਡੀਓ ਨੂੰ ਚੰਗੀ ਤਰ੍ਹਾਂ ਭਾਈ ਲਾਈਕ ਕਰ ਦਿਓ। ਠੀਕ ਹੈ। PDF ਤੁਹਾਨੂੰ ਕੱਲ੍ਹ ਮੈਂ ਪ੍ਰੋਵਾਈਡ ਕਰਵਾਤੇ ਸੀ ਅਤੇ ਇੱਕ ਵਾਰੀ PDF ਦੁਬਾਰਾ ਫਿਰ ਦੇਖ ਲਿਓ ਅਤੇ ਆਹ ਇੱਕ ਵਾਰੀ ਫਿਰ ਨਿਗਾਹ ਮਾਰ ਲਓ ਭਾਈ, ਕਿਉਂਕਿ ਬਹੁਤ ਇੰਪੋਰਟੈਂਟ ਆਪਰੇਸ਼ਨ ਦਾ ਟੋਪਿਕ ਹੈਗਾ। ਮੈਨੂੰ ਤਾਂ ਐਂ ਸੀ ਮੈਂ ਕਿਹਾ ਮੈਂ ਇੱਕ ਵੀਡੀਓ ਦੇ ਵਿੱਚ ਕਵਰ ਕਰ ਦੂੰਗਾ, ਪਰ ਸਿਸਟਮ ਬਹੁਤ ਵੱਡਾ ਇਹ। ਹਜੇ 5-4 ਵਾਰਡ ਹੋਰ ਪਏ ਜਿਹੜੇ ਡਿਟੇਲ ਦੇ ਵਿੱਚ ਕਰਨੇ ਆ, ਤਾਂ ਕਰਕੇ ਫਿਰ ਥੋੜ੍ਹੀ ਜਿਹੀ ਐਡਜਸਟਮੈਂਟ ਤਾਂ ਕਰਨੀ ਪਊਗੀ ਨਾ, ਅਤੇ ਫਿਰ ਮੈਂ 2 ਵਾਰੀ 'ਚ ਕਰਵਾਊਂਗਾ। ਓਕੇ ਜੀ। ਅਤੇ ਲੈਕਚਰ ਸਾਰੇ ਧਿਆਨ ਨਾਲ ਲਾਉਣਾ ਪੁੱਤਰੋ, ਕੋਈ ਵੀ ਮਿਸ ਨਹੀਂ ਕਰਨਾ। ਜੇ ਕੋਈ ਅੱਧੇ ਕਹਿ ਦਿੰਦੇ ਜੀ ਜੇ ਅਸੀਂ ਛੱਡ ਗਿਆ ਚੀਜ਼ ਜਿਹੜੀ ਔਖੀ ਲੱਗਦੀ, ਜੇ ਤੁਸੀਂ ਛੱਡ ਦੋਗੇ ਨਾ, ਦੇਖੋ 2 ਤਰੀਕੇ ਹੁੰਦੇ ਪੇਪਰ ਕਲੀਅਰ ਕਰਨ ਦੇ। ਇੱਕ ਤਾਂ ਬੱਚਾ ਉਹ ਜਿਹੜਾ ਪੇਪਰ ਕਲੀਅਰ ਕਰਦਾ, ਇੱਕ ਜਿਹੜਾ ਉਹ ਜਿਹੜਾ ਪੇਪਰ ਕਲੀਅਰ ਨਹੀਂ ਕਰਦਾ। ਦੋਨਾਂ 'ਚ ਫਰਕ ਕੀ ਹੈਗਾ? ਫਰਕ ਤੁਹਾਨੂੰ ਦੱਸਦਾ। ਪੇਪਰ ਕਲੀਅਰ ਕਰਦਾ ਜਿਹੜਾ ਪੇਪਰ ਕਲੀਅਰ ਕਰਦਾ ਉਹਦਾ ਸਾਰੀਆਂ ਚੀਜ਼ਾਂ ਪੜ੍ਹ ਕੇ ਜਾਂਦਾ, ਇੰਪੋਰਟੈਂਟ ਹੋਣ ਚਾਹੇ ਨੋਟ ਇੰਪੋਰਟੈਂਟ ਹੋਣ, ਉਹਨੇ ਸਾਰੀਆਂ ਪੜ੍ਹ ਕੇ ਜਾਣੀਆਂ। ਜਿਹੜਾ ਪੇਪਰ ਕਲੀਅਰ ਕਰਦਾ, ਜਿਹੜਾ ਪੇਪਰ ਕਲੀਅਰ ਨਹੀਂ ਕਰਦਾ, ਪੇਪਰ ਕਲੀਅਰ ਉਹ ਬੱਚਾ ਨਹੀਂ ਕਰਦਾ ਇੱਕ ਤਾਂ ਜਿਹੜਾ ਸੌਖੀ ਚੀਜ਼ ਵੱਲ ਜਾਂਦਾ। ਕਿਹੜੀ ਚੀਜ਼ ਵੱਲ ਜਾਂਦਾ? ਸੌਖੀ ਚੀਜ਼ ਵੱਲ ਜਾਂਦਾ। ਦੇਖੋ ਸੌਖੀ ਚੀਜ਼ ਵੱਲ ਹਰੇਕ ਭੱਜਣਗੇ। ਜੇ 10 ਸਟੂਡੈਂਟ ਆ, ਚਲੋ ਤਾਂ ਐਗਜ਼ਾਮਪਲ ਮੰਨ ਲਓ 10 ਸਟੂਡੈਂਟ ਆ, 10 ਦੇ ਵਿੱਚੋਂ 5 ਬੱਚਿਆਂ ਨੇ ਔਖੀ ਚੀਜ਼ ਕਰ ਲਈ। ਠੀਕ ਹੈ, ਉਹ ਸੌਖੀ ਚੀਜ਼ ਕਰ ਲਈ 5 ਬੱਚਿਆਂ ਨੇ। ਔਖੀ ਚੀਜ਼ ਤਾਂ ਸਾਰਿਆਂ ਨੂੰ ਆਉਂਦੀ ਹੋਊਗੀ ਸੌਖੀ ਚੀਜ਼ ਤਾਂ। ਜਿਹੜੇ 2-3 ਬੱਚੇ ਹੋਰ ਹੋਣਗੇ ਜਿਹੜੇ ਕਹਿੰਦੇ ਹੋਣਗੇ ਅਸੀਂ ਔਖੀ ਚੀਜ਼ ਕਰਕੇ ਜਾਣੀ ਹੈਗੀ, ਉੱਥੇ ਪੇਪਰ ਦੇ ਵਿੱਚ ਔਖੀ ਚੀਜ਼ ਆ ਜਾਂਦੀ ਹੈ, ਤਾਂ ਔਖੀ ਚੀਜ਼ ਸੋਲਵ ਕਰਕੇ ਉਹਦਾ ਨੰਬਰ ਲੈ ਲੈਂਦੇ ਆ। ਤਾਂ ਕਰਕੇ ਉਹ ਚੀਜ਼ ਹਮੇਸ਼ਾ ਪੇਪਰ ਦੇ ਵਿੱਚ ਪੜ੍ਹ ਕੇ ਜਾਓ ਜਿਹੜੀ ਕਿਸੇ ਨੂੰ ਆਉਂਦੀ ਨਹੀਂ ਹੋਣੀ, ਉੱਥੇ ਮੈਟ ਬਣਨੀ ਹੈ। ਠੀਕ ਹੈ ਜੀ। ਜਿਹੜੀ ਚੀਜ਼ ਕਿਸੇ ਨੂੰ ਆਉਂਦੀ ਨਹੀਂ ਹੋਣੀ, ਜਿਹੜੀ ਚੀਜ਼ ਕਿਸੇ ਵਾਸਤੇ ਔਖੀ ਹੋ, ਤੁਸੀਂ ਉਹ 'ਤੇ ਸਗੋਂ ਵੱਧ ਜ਼ੋਰ ਲਾਓ। ਜਿਹੜੀ ਚੀਜ਼ ਤੁਹਾਨੂੰ ਲੱਗਦੀ ਹੈ ਚੀਜ਼ ਔਖੀ ਹੈ, ਉਹ ਚੀਜ਼ ਤੁਸੀਂ ਵੱਧ ਜ਼ੋਰ ਲਾਓ। ਕਿਉਂ ਵੱਧ ਜ਼ੋਰ ਲਾਓ? ਤਾਂ ਵੱਧ ਜ਼ੋਰ ਲਾਓਗੇ ਜਿਹੜੀ ਸੌਖੀ ਚੀਜ਼ ਹੈ ਉਹ ਤਾਂ ਸਾਰੀ ਕਰਕੇ ਜਾਣਗੇ। ਜਿੰਨਾ ਬੱਚਾ ਪੇਪਰ ਦੇ ਕੇ ਆਊਗਾ ਸੌਖੀ ਚੀਜ਼ ਤਾਂ ਸਾਰੀ ਕਰਕੇ ਜਾਣਗੇ। ਆਪਾਂ ਉਹ ਚੀਜ਼ ਕਰੋ ਜਿਹੜੀ ਸਭ ਤੋਂ ਔਖੀ ਹੈ। ਓਕੇ, ਤਾਂ ਉਵੇਂ ਜਿਵੇਂ ਸਭ ਤੋਂ ਔਖੀ ਚੀਜ਼ ਕਰਕੇ ਜਾਇਆ ਕਰੋ, ਸੌਖੀ ਚੀਜ਼ ਵੱਲ ਧਿਆਨ ਨਾ ਦਿਓ। ਓਕੇ, ਅਤੇ ਆਪ ਹੀ ਸਾਰੇ ਚੰਗੀ ਤਰ੍ਹਾਂ ਯਾਦ ਕਰ ਲਓ। ਇਹਦੇ ਵਿੱਚ ਪ੍ਰਸ਼ਨ ਪੁੱਛਣ ਦੇ ਫੁੱਲ ਚਾਂਸ ਨੇ। ਦੇਖੋ GK ਤੁਹਾਨੂੰ ਦੱਸਿਆ ਕਿ GK ਭਾਈ ਇੱਕ ਸਮੁੰਦਰ ਹੁੰਦਾ। GK ਇੱਕ ਸਮੁੰਦਰ ਹੈਗਾ। ਸਮੁੰਦਰ ਦੇ ਵਿੱਚ ਹੁਣ ਕੀ ਪਤਾ ਉਹਨੇ ਕਿੱਥੋਂ ਚੱਕ ਕੇ ਪਾਉਣਾ ਪੇਪਰ, ਪਰ ਆਪਾਂ ਸਿਲੇਬਸ ਇਸ ਹਿਸਾਬ 'ਤੇ ਕਵਰ ਕਰਨਾ ਕਿ ਪੇਪਰ ਆਪ ਤੋਂ ਬਾਹਰ ਨਾ ਜਾਵੇ। ਠੀਕ ਹੈ, ਅਤੇ ਜੇ ਪੇਪਰ ਬਾਹਰੋਂ ਆਉਂਦਾ ਵੀ ਹੈ ਤਾਂ ਵੀ ਆਪਣੀ ਇੰਨੀ ਤਿਆਰੀ ਹੋਣੀ ਚਾਹੀਦੀ ਕਿ ਆਪਾਂ ਐਲੀਮੀਨੇਸ਼ਨ ਜਿਹੜੀਆਂ ਥੱਲੇ ਇਹਨਾਂ ਨੇ ਆਪਸ਼ਨਾਂ ਦਿੱਤੀਆਂ ਹੁੰਦੀਆਂ ਹੈਗੀਆਂ ਉਹ ਐਲੀਮੀਨੇਟ ਕਰ ਸਕੀਏ। ਠੀਕ ਹੈ, ਆਪਸ਼ਨਾਂ ਐਲੀਮੀਨੇਟ ਕਰ ਸਕੀਏ। ਅਤੇ ਇੱਕ ਮੈਂ ਬੱਚਿਆਂ ਨੂੰ ਇੱਕ ਟਾਈਮ ਟੇਬਲ ਬਣਾ ਕੇ ਦਊਂਗਾ ਪਟਵਾਰੀ ਦੇ ਪੇਪਰ ਵਾਸਤੇ। ਪਟਵਾਰੀ ਦੇ ਪੇਪਰ ਦਾ ਟਾਈਮ ਟੇਬਲ ਬਣਾ ਕੇ ਦਊਂਗਾ। ਜਿਹੜੇ ਬੱਚਿਆਂ ਨੂੰ ਟਾਈਮ ਟੇਬਲ ਦੇ ਹਿਸਾਬ 'ਤੇ ਚੱਲ ਪਏ ਅਤੇ ਉਹਨਾਂ ਦਾ ਪੇਪਰ ਕਲੀਅਰ ਕਰਨ ਦੇ 80% 90% ਚਾਂਸ ਹੈਗੇ ਹੈ। ਠੀਕ ਹੈ ਜੀ। ਅਤੇ ਆਹ ਲੈਕਚਰ ਭਾਈ ਪੁੱਤਰੋ ਸਾਰੇ ਧਿਆਨ ਨਾਲ ਲਾ ਲਿਓ ਅਤੇ ਜਿਉਂਦੇ ਬਾਅਦ ਦੇ ਦਿਓ। ਇੱਕ ਲੈਕਚਰ ਸਾਨੂੰ ਹੋਰ ਵੀ ਲੈਕਚਰ ਮਿਲਣਗੇ ਅੱਜ ਤੁਹਾਨੂੰ। ਧੰਨਵਾਦ ਮੇਰੇ ਦੋਸਤੋ। ਜਿਉਂਦੇ ਬਾਅਦ ਦੇ।